ਸਿਮਰਨ ਅਭਿਆਸ ਨਾਲ ਜੁੜਿਆ। ਆਓ 45 ਮਿੰਟਾਂ ਲਈ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਜੰਟ ਸਿੰਘ ਸ੍ਰੀ ਤਰਨ ਤਾਰਨ ਸਾਹਿਬ ਵਾਲੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਗੁਰੂ ਕੇ ਇਤਿਹਾਸ ਦੁਆਰਾ ਜੋੜਨਾ ਕਰ ਰਹੇ ਨੇ। ਸਮੂਹ ਸੰਗਤਾਂ ਗਿਆਨ ਜੀ ਪਾਸੋਂ ਗੁਰ ਇਤਿਹਾਸ ਸਰਵਣ ਕਰਕੇ ਸਤਿਗੁਰੂ ਦੇ ਚਰਨਾਂ ਵਿੱਚ ਹਾਜ਼ਰੀਆਂ ਲਵਾ ਕੇ ਪ੍ਰਜਨ ਸਫਲਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵਪੁਰੀ ਮਹਿ ਗਇਓ ਆ ਪਰਮੇਸ਼ਰ ਪਾਇਓ। ਹਰ ਸਿੰਘਾਸਣ ਦੀ ਆਓ ਸ੍ਰੀ ਗੁਰ ਤਹਿ ਬੈਠਾਇਓ। ਰਾਸ ਕੀਓ ਸੁਰਦੇਵ ਤੋਹੇ ਜਸ ਜੈ ਜੈ ਜੰਪ ਹੈ। ਅਸੁਰ ਗਏ ਤੇ ਭਾਗ ਪਾਪ ਤਿਨ ਭੀਤਰ ਕੰਪ ਹੈ। ਕਾਟੇ ਸੋ ਪਾਪ ਤਿਨ ਨਰਹੁ ਕੇ ਗੁਰ ਰਾਮਦਾਸ ਜਿਨ ਪਾਇਓ। ਸ਼ਤਰ ਸਿੰਘਾਸਨ ਪ੍ਰਥਮੀ ਗੁਰ ਅਰਜੁਨ ਕੋ ਦੇ ਆਇਓ। ਚਾਰੇ ਜਾਗੇ ਚਾਹੋ ਜੁਗੀ ਪੰਚਾਏ ਨੇ ਆਪੇ ਹੋਆ। ਆਪੀ ਨੇ ਆਪ ਸਾਜੇ ਹੋਣ ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਵਾ। ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾ ਨਿਰੋਆ। ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਵਾ। ਉਗ ਬਣਹੁ ਤੈ ਅਥ ਬਣਹੁ ਚਹੋ ਚੱਕੀ ਕੀ ਅਨਲੋਵਾ। ਜਿਨੀ ਗੁਰੂ ਨਾਮ ਸੇਵਿਓ ਮਨ ਮੁਖਾਂ ਪਿਆ ਮੋਆ। ਦੂਣੀ ਚੌਣੀ ਕਰਾਮਾਤ ਸੱਚੇ ਕਾ ਸੱਚਾ ਢੋਵਾ। ਚਾਰੇ ਜਾਗੇ ਚਹੂ ਜੁਗੀ ਪੰਚਾਇ ਨੇ ਆਪੇ ਹੋਵਾ। ਪਤਿਤ ਪਾਵਨ ਭਗਤ ਵਸ਼ਲ ਕਿਰਪਾ ਦੇ ਖਜ਼ਾਨੇ ਕਲਯੁਗ ਦੇ ਜੀਵਾਂ ਨੂੰ ਉਤਾਰਨ ਵਾਲੇ ਸਰਬ ਸਾਂਝੀ ਵਾਲਤਾ ਦੇ ਮੁਜੱਸਮੇ ਸਰਬ ਮਨੁੱਖਤਾ ਦੇ ਸਾਂਝੇ ਰਹਿਬਰ ਵਾਲੀਏ ਕੁਲ ਆਲਮ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ ਚਵਰ ਤਖਤ ਛਤਰ ਦੇ ਮਾਲਕ ਦੋ ਜਹਾਨ ਦੇ ਵਾਲੀ ਜੁਗੋ ਜੁਗ ਅਟਲ ਦਸਾਂ ਹੀ ਪਾਤਸ਼ਾਹੀਆਂ ਦੀ ਆਤਮਿਕ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਮਿਲ ਬੈਠੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਡਭਾਗੀਆਂ ਜਿਨ੍ਹਾਂ ਤੇ ਪਾਤਸ਼ਾਹ ਨੇ ਤਰਸ ਦਇਆ ਮਿਹਰਾਮਤ ਬਖਸ਼ਿਸ਼ ਕਰਕੇ ਸਤ ਸੰਗਤ ਦੀਆਂ ਇਹ ਭਾਗਾਂ ਭਰੀਆਂ ਸਾਡੀ ਝੋਲੀ ਵਿੱਚ ਪਾਈਆਂ ਨੇ। ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਪ੍ਰਾਪਤ ਹੁੰਦੀ ਏ ਔਰ ਜਿਨ੍ਹਾਂ ਨੂੰ ਵੱਡਿਆਂ ਭਾਗਾਂ ਦੇ ਨਾਲ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਉਹਨਾਂ ਨੂੰ ਸੰਗਤ ਦੀ ਬਰਕਤ ਦੇ ਨਾਲ ਆਪਣੇ ਜੀਵਨ ਦੇ ਅਸਲ ਮਨੋਰਥ ਦੀ ਪਹਿਚਾਣ ਹੋ ਜਾਂਦੀ ਹੈ। ਦਾਸ ਤੋਂ ਪਹਿਲੋਂ ਆਪ ਜੀਆਂ ਨੇ ਰਾਗੀ ਜਥੇ ਪਾਸੋਂ ਵਾਹਿਗੁਰੂ ਗੁਰ ਮੰਤਰ ਹੈ ਜਪ ਹਉਮੈ ਕੋਈ ਗੁਰ ਮੰਤਰ ਦੇ ਜਾਪ ਸਰਵਣ ਕੀਤੇ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਸ੍ਰੀ ਮੁਖਵਾਕ ਸਰਵਣ ਕੀਤੇ ਹਨ ਔਰ ਸਾਧ ਸੰਗਤ ਅੱਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਬੋਹਿਤ
ਦਇਆ, ਪ੍ਰੇਮ ਦੀ ਮੂਰਤ, ਸ਼ਾਂਤੀ ਦੇ ਪੁੰਜ, ਪਰਉਪਕਾਰ ਦੇ ਮੁਜੱਸਮੇ, ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਗੁਰਤਾ ਗੱਦੀ ਪੁਰਬ ਏ। ਔਰ ਮੈਂ ਗੁਰੂ ਸਾਹਿਬ ਦੀ ਬਖਸ਼ਿਸ਼ ਸਦਕਾ ਮਹਾਰਾਜ ਸਾਹਿਬ ਦੇ ਚਰਨਾਂ ਦਾ ਧਿਆਨ ਧਰ ਕੇ ਯਤਨ ਕਰਾਂਗਾ ਮਹਾਰਾਜ ਸਾਹਿਬ ਜੀ ਦੇ ਜੀਵਨ ਦੇ ਵਿੱਚੋਂ ਆਪ ਜੀਆਂ ਦੇ ਨਾਲ ਇਤਿਹਾਸ ਔਰ ਗੁਰਬਾਣੀ ਦੇ ਵਿੱਚੋਂ ਕੁਝ ਗੁਰਮਤ ਵਿਚਾਰ ਸਾਂਝੇ ਕਰਨ ਦਾ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲੋਂ ਨਸਰ ਮਨਸੂਰ ਇਸ ਦੀ ਮਨਜ਼ੂਰ, ਹਕਰਾ ਗੰਜ਼ੂਰ, ਜ਼ੁਮਲਾ ਫੈਜ਼ੇ ਨੂਰ, ਹਕ ਹਕ ਅੰਦੇਸ਼, ਬਾਦਸ਼ਾਹ ਦਰਵੇਸ਼, ਸਾਹਿਬੇ ਕਮਾਲ, ਸਾਹਿਬੇ ਜਲਾਲ, ਅੰਮ੍ਰਿਤ ਕੇ ਦਾਤੇ, ਸਰਬੰਸ ਦਾਨੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀਆਂ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਆਪਣੀ ਅਰਦਾਸ ਦੀ ਹਾਜ਼ਰੀ ਲਵਾਓ। ਸਰਬੱਤ ਸੰਗਤਾਂ ਇਕਾਗਰ ਮਨ ਨਾਲ ਇੱਕ ਸੁਰ ਵਿੱਚ ਪ੍ਰੇਮ ਵੈਰਾਗ ਦੇ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪਣਾ ਸੀਸ ਝੁਕਾਉਂਦੇ ਹੋਏ ਕੁਝ ਕਹਿਣ ਦੀ ਅਸੀਸ ਬਖਸ਼ੋ। ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਚਮ ਗੁਰਦੇਵ ਜੀਆਂ ਦੀ ਉਸਤਤ ਭੱਟ ਸਾਹਿਬਾਨਾਂ ਨੇ ਸਵਈਆਂ ਬਾੜੀ ਅੰਦਰ ਜੋ ਕੀਤੀ ਏ। ਗੁਰਸਿੱਖ ਜਦੋਂ ਭਾਵਨਾ ਦੇ ਨਾਲ ਉਹਦਾ ਪਾਠ ਆਪ ਕਰਦਾ ਏ ਜਾਂ ਸਰਵਣ ਕਰਦਾ ਏ, ਮਨ ਇਕਾਗਰ ਹੋ ਜਾਂਦਾ ਏ, ਮਨ ਦੇ ਵਿੱਚ ਸ਼ਰਧਾ ਭਾਵਨਾ ਬਣ ਜਾਂਦੀ ਏ। ਭੱਟ ਸਾਹਿਬਾਨ ਕਹਿੰਦੇ ਨੇ ਸਤਿਗੁਰੂ ਜੀ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ, ਕਲਯੁਗ ਦੇ ਇਸ ਆਸ਼ਾ ਤ੍ਰਿਸ਼ਨਾਵਾਂ ਦੇ ਸਮੁੰਦਰ ਦੇ ਵਿੱਚ ਆਪ ਜੀ ਨਾਮ ਰੂਪ ਹੋ ਕਰਕੇ ਪ੍ਰਗਟ ਹੋਏ ਔਰ ਜਿਸ ਹਿਰਦੇ ਦੇ ਵਿੱਚ ਵੀ ਆਪ ਜੀ ਦਾ ਧਿਆਨ ਧਰਿਆ ਜਾਂਦਾ ਹੈ ਉਹ ਹਿਰਦਾ ਪਵਿੱਤਰ ਹੋ ਜਾਂਦਾ ਹੈ। ਜੇ ਕੋਈ ਆਪ ਜੀ ਦੀ ਸਿੱਖਿਆ ਨੂੰ ਮਨ ਬਾਣੀ ਸਰੀਰ ਕਰਕੇ ਕਮਾ ਲਵੇ, ਆਪ ਜੀ ਦੀ ਆਗਿਆ ਵਿੱਚ ਰਹਿ ਕਰਕੇ ਆਪ ਜੀ ਨੂੰ ਉਹਦੀ ਕਰਨੀ ਭਾ ਜਾਵੇ, ਫਿਰ ਤੁਸੀਂ ਬਖਸ਼ਿਸ਼ ਕੀ ਕਰਦੇ ਹੋ? ਉਹਨੂੰ ਆਪਣੇ ਵਰਗਾ ਹੀ ਬਣਾ ਲੈਂਦੇ ਹੋ। ਔਰ ਧਰਤੀ ਆਕਾਸ਼ ਔਰ ਇਹ 9 ਖੰਡਾਂ ਦੇ ਵਿੱਚ ਤੁਹਾਡੀ ਜੋਤ ਪਸਰ ਰਹੀ ਏ। ਔਰ ਅਸੀਂ ਦਾਅਵੇ ਨਾਲ ਇਹ ਗੱਲ ਕਹਿੰਦੇ ਆ, ਪੰਚਮ ਗੁਰਦੇਵ ਜੀ, ਕੋਈ ਕਹਿੰਦਾ ਹੋਵੇਗਾ ਵੀ ਫਲਾਣੇ ਨੂੰ ਵੇਖ ਕੇ ਫਲਾਣੇ ਦਾ ਭੁਲੇਖਾ ਪੈਂਦਾ ਏ, ਫਲਾਣੇ ਦਾ ਚਿਹਰਾ ਫਲਾਣੇ ਦੇ ਨਾਲ ਮਿਲਦਾ ਹੈ। ਅਸੀਂ ਕਈ ਵਾਰੀ ਅਸੀਂ ਕਹਿ ਦਿੰਦੇ ਨਾ ਵੀ ਇਹ ਜੋ ਲੜਕਾ ਏ ਆਪਣੇ ਪਿਤਾ ਦੇ ਨਾਲ ਮਿਲਦਾ ਏ, ਇਹਦੀ ਬੋਲੀ, ਇਹਦੇ ਹਾਵ ਭਾਵ, ਇਹਦੇ ਨੈਣ ਨਕਸ਼ ਆਪਣੇ ਪਰਿਵਾਰ ਦੇ ਫਲਾਣੇ ਬੰਦੇ ਦੇ ਨਾਲ ਮਿਲਦੇ ਹਨ, ਇਹਦੀਆਂ ਆਦਤਾਂ ਫਲਾਣੇ ਬੰਦੇ ਦੇ ਨਾਲ ਮਿਲਦੀਆਂ। ਕਈ ਵਾਰੀ ਕੋਈ ਰਾਗੀ ਸਿੰਘ ਕੀਰਤਨ ਕਰ ਰਹੇ ਹੋਣ ਤੇ ਸੁਭਾਵਿਕ ਹੀ ਆਪਾਂ ਕਹਿ ਦਿੰਦੇ ਵੀ ਇਹ ਰਾਗੀ ਸਿੰਘ ਉਹ ਪੁਰਾਤਨ ਰਾਗੀ ਸਿੰਘ ਦੇ ਵਾਂਗ ਕੀਰਤਨ ਕਰਦਾ ਹੈ, ਫਲਾਣਾ ਸਿੰਘ ਫਲਾਣੇ ਦੇ ਵਾਂਗ ਕਥਾ ਵਿਚਾਰ ਕਰਦਾ ਹੈ, ਫਲਾਣੇ ਦੀ ਫਲਾਣੇ ਵਰਗੀ ਤੋਰ ਹੈ। ਪਰ ਭੱਟ ਸਾਹਿਬਾਨ ਕਹਿੰਦੇ ਮਹਾਰਾਜ ਸਾਹਿਬ ਜੀ ਤੁਸੀਂ ਅਕਾਲ ਪੁਰਖ ਪ੍ਰਮਾਤਮਾ ਵਰਗੇ ਨਹੀਂ, ਤੁਹਾਡੇ ਵਿੱਚੋਂ ਉਹਨਾਂ ਦਾ ਕੇਵਲ ਝਲਕਾਰਾ ਹੀ ਨਹੀਂ ਪੈਂਦਾ, ਬਲਕਿ ਤੁਸੀਂ ਪ੍ਰਤੱਖ ਰੂਪ ਦੇ ਵਿੱਚ ਖੁਦਾ ਹੋ। ਤੁਸੀਂ ਖੁਦ ਹੀ ਖੁਦਾ, ਖੁਦ ਹੀ ਪ੍ਰਮਾਤਮਾ ਹੋ। ਬਚਨ ਆਪ ਜੀ ਦੇ ਨਾਲ ਸਾਂਝੇ ਕਰਦੇ ਆ। ਕਲ ਸਮੁੰਦਰ ਭੈ ਰੂਪ ਪ੍ਰਗਟ ਹਰ ਨਾਮ ਉਦਾਹਰਨ, ਬਸ ਹੈ ਸੰਤ ਜਿਸ ਹਿਰਦੈ ਦੁਖ ਦਰਿਦ੍ਰ ਨਿਵਾਰਨ, ਨਿਰਮਲ ਭੇਖ ਅਪਾਰ ਤਾਸ ਬਿਨ ਅਵਰ ਨ ਕੋਈ, ਮਨ ਬਚ ਜਿਨ ਜਾਣਿਓ ਭਇਓ ਤੇ ਸੰਸਰ ਸੋਈ, ਧਰਨ ਗਗਨ ਨਵ ਖੰਡ ਮਹਿ ਜੋਤ ਸਵ ਰੂਪੀ ਰਹਿਓ ਭਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਔਰ ਇੱਕ ਸ਼ਬਦ ਆਪ ਜੀ ਦੇ ਨਾਲ ਹੋਰ ਉਹਨਾਂ ਦਾ ਸਾਂਝਾ ਕਰਦੇ ਆ। ਕਹਿੰਦੇ ਜਦੋਂ ਸਾਡੇ ਭਾਗ ਨਹੀਂ ਸੀ ਜਾਗੇ,
ਅਸੀਂ ਕਈ ਤਰ੍ਹਾਂ ਦੇ ਭਰਮ ਭੁਲੇਖਿਆਂ ਦੇ ਵਿੱਚ, ਭਰਮਣ ਦੇ ਵਿੱਚ, ਭਟਕਣਾ ਦੇ ਵਿੱਚ, ਦੁਵੈਤ ਦੇ ਵਿੱਚ, ਦੁਰਮਤ ਦੇ ਵਿੱਚ ਖਚਿਤ ਹੋਏ ਸੀ। ਜਦੋਂ ਸਾਡੇ ਮਸਤਕ ਦੇ ਭਾਗ ਜਾਗੇ, ਉਦੋਂ ਮਹਾਰਾਜ ਸਾਹਿਬ ਆਪ ਜੀ ਦੀ ਚਰਨ ਸ਼ਰਨ ਪ੍ਰਾਪਤ ਹੋਈ ਔਰ ਕਹਿੰਦੇ ਅਸੀਂ ਇਹ ਤੱਤ ਵਿਚਾਰਿਆ ਹੈ, ਤੁਸੀਂ ਜਗਤ ਜਲੰਦੇ ਨੂੰ ਤਾਰਨ ਦੇ ਲਈ ਇਹ ਸਰੀਰ ਰੂਪੀ ਜਾਮਾ ਧਾਰਿਆ ਹੈ। ਔਰ ਜਿਸ ਨੇ ਭਾਵਨਾ ਦੇ ਨਾਲ, ਸ਼ਰਧਾ ਦੇ ਨਾਲ, ਪ੍ਰੇਮ ਦੇ ਨਾਲ, ਵੈਰਾਗ ਦੇ ਨਾਲ ਆਪ ਜੀ ਦੇ ਪਵਿੱਤਰ ਨਾਮ ਨੂੰ ਆਪਣੇ ਹਿਰਦੇ ਵਿੱਚ ਧਾਰ ਲਿਆ, ਜਪ ਲਿਆ, ਕਰਮਾਂ ਵਿੱਚ ਲੈ ਆਂਦਾ, ਦਾਅਵੇ ਨਾਲ ਕਹਿੰਦੇ ਆ ਉਹਨੂੰ ਫਿਰ 84 ਲੱਖ ਜੂਨਾਂ ਦੀ ਖਾਈ ਵਿੱਚ ਨਹੀਂ ਡਿੱਗਣਾ ਪਵੇਗਾ। ਔਰ ਜਦੋਂ ਆਪਾਂ ਗੁਰਬਾਣੀ ਦਾ ਪਠਨ ਪਾਠਨ ਕਰਦੇ ਆ ਨਾ, ਤੇ ਸਾਧ ਸੰਗਤ ਭਗਤ ਸਹਿਬਾਨਾਂ ਨੂੰ ਵੀ ਇੱਕ ਦੁੱਖ ਪ੍ਰਤੀਕ ਹੋਇਆ। ਉਹ ਦੁੱਖ ਕਿਹੜਾ ਸੀ? ਆਪਣਾ ਦੁੱਖ ਉਹ ਬੇਨਤੀ ਰੂਪ ਵਿੱਚ ਅਕਾਲ ਪੁਰਖ ਪ੍ਰਮਾਤਮਾ ਦੇ ਸਨਮੁਖ ਰੱਖਦੇ ਨੇ। ਉਹ ਬੇਨਤੀ ਰੂਪ ਵਿੱਚ ਕਹਿੰਦੇ ਹਨ, ਇੱਕ ਦੁੱਖ ਰਾਮ ਰਾਏ ਕੱਟ ਹੋ ਮੇਰਾ। ਉਹ ਕਿਹੜਾ ਦੁੱਖ ਸੀ? ਅਗਨ ਦਹੇ ਅਰ ਗਰਭ ਵਸੇਰਾ। ਭਾਵ ਵਾਰ-ਵਾਰ ਸਰੀਰ ਨੂੰ ਵੀ ਜਾਮਾ ਧਾਰ ਕੇ ਸੰਸਾਰ ਤੇ ਨਾ ਆਉਣਾ ਪਵੇ ਔਰ ਵਾਰ-ਵਾਰ ਸਾਡਾ ਇਹ ਸਰੀਰ ਨਾਸ਼ ਨਾ ਹੋਵੇ, ਸਾਨੂੰ ਆਉਣ ਜਾਣ ਦੇ ਚੱਕਰ ਤੋਂ ਮੁਕਤ ਕਰ ਦੇਵੋ। ਇੱਕ ਪੰਜਾਬੀ ਦੇ ਵਿਦਵਾਨ ਨੇ, ਕਲਮ ਨੇ ਵੀ ਲਿਖਿਆ ਹੈ, ਜਗ ਆਵਣ ਜਾਵਣ ਦਾ ਗੇੜ ਜਿਹਾ ਕੱਟ ਦਿਓ, ਗਰੀਬ ਨਵਾਜਾ ਨਿਤ ਨਵਾਂ ਜਨਮ ਧਰ ਕੇ ਬਣੀਏ ਨਾ ਹੋਣੀ ਦਾ ਖਾਜਾ। ਮੈਂ ਫਿਰ ਉੱਥੇ ਆਵਾਂ, ਜਿਹੜਾ ਭਗਤਾਂ ਨੇ ਵੀ ਦੁੱਖ ਮਹਿਸੂਸ ਕੀਤਾ ਜੰਮਣ ਮਰਨ ਦਾ, ਭੱਟ ਸਾਹਿਬਾਨ ਕਹਿੰਦੇ ਹਨ ਉਹ ਜੰਮਣ ਮਰਨ ਦਾ ਦੁੱਖ ਪੰਚਮ ਗੁਰਦੇਵ ਜੀਆਂ ਦੇ ਨਾਮ ਜਪਣ ਦੇ ਨਾਲ ਦੂਰ ਹੋ ਜਾਂਦਾ ਹੈ। ਪਵਿੱਤਰ ਬਚਨ ਆਪ ਜੀ ਦੇ ਨਾਲ ਸਾਂਝੇ ਕਰ ਦੇਵਾਂ। ਜਬ ਲਓ ਨਹੀਂ ਭਾਗ ਲਿਲਾਰੇ ਉਹਦਾ ਹੈ, ਤਬ ਲਓ ਭ੍ਰਮ ਤੇ ਫਿਰਤੇ ਬਹੁਤ ਆਇਓ, ਕਲ ਘੋਰ ਸਮੁੰਦਰ ਮਹਿ ਬੂਡਤ ਥੇ, ਕਬਹੂ ਮਿਟ ਹੈ ਨਹੀਂ ਰੇ ਪਛਤਾਇਓ, ਤਤ ਵਿਚਾਰ ਯਹ ਮਥੁਰਾ, ਜਗ ਤਾਰਨ ਕਉ ਅਵਤਾਰ ਬਣਾਇਓ, ਜਪਿਓ ਜਿਨ ਅਰਜਨ ਦੇਵ ਗੁਰੂ, ਫਿਰ ਸੰਕਟ ਜੋਨ ਘਰ ਬਣਾਇਓ। ਸਾਧ ਸੰਗਤ, ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਸਭ ਤੋਂ ਵੱਧ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਰਚਨਾ ਦੇ ਵਿੱਚ ਹੈ। ਜਦੋਂ ਆਪਾਂ 31 ਰਾਗਾਂ ਵਿੱਚ ਬਾਣੀ ਦੇ ਦਰਸ਼ਨ ਕਰਦੇ ਆ ਨਾ, ਤੇ 30 ਰਾਗਾਂ ਵਿੱਚ ਪੰਚਮ ਗੁਰਦੇਵ ਦੀ ਬਾਣੀ ਹੈ ਜੀ। ਔਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਗੁਰੂ ਅਰਜੁਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਬਾਣੀ, ਜੋ ਪੰਚਮ ਗੁਰਦੇਵ ਜੀਆਂ ਦੇ ਪਿਤਾ ਸਤਿਗੁਰੂ ਜੀ ਨੇ, ਉਹਨਾਂ ਦੀ ਬਾਣੀ ਵੀ 30 ਰਾਗਾਂ ਵਿੱਚ ਹੈ। ਪਰ ਸਭ ਤੋਂ ਵੱਧ ਬਾਣੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ। ਔਰ ਬਾਬਾ ਸੱਤਾ ਤੇ ਬਾਬਾ ਬਲਵੰਡ ਜੀ ਮਹਾਰਾਜ ਸਾਹਿਬ ਦੀ ਉਪਮਾ ਕਰਦੇ ਹੋਏ ਇਹ ਪਵਿੱਤਰ ਬਚਨ ਲਿਖਦੇ ਨੇ, ਜੋ ਆਪ ਜੀਆਂ ਨੇ ਮੰਗਲ ਦੇ ਰੂਪ ਦੇ ਵਿੱਚ ਸਰਵਣ ਕੀਤੇ ਹਨ। ਮਹਾਰਾਜ ਸਾਹਿਬ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕਰਕੇ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੱਕ ਉਹ ਗਿਆਨ ਸਵਰੂਪ ਹੋਏ, ਜਿਹਨੂੰ ਭਾਈ ਸਾਹਿਬ ਜੀ ਕਹਿੰਦੇ ਨੇ ਚਾਰੇ ਜਾਗੇ ਚੌਹੋਂ ਜੁਗੀ। ਜਿਹੜਾ ਜਾਗਣਾ ਹੈ ਨਾ ਜੀ, ਜਦੋਂ ਆਪਾਂ ਗੁਰਬਾਣੀ ਦਾ ਪਠਨ ਪਾਠਨ ਕਰਦੇ ਆਂ, ਵਿਚਾਰਦੇ ਆਂ, ਜਾਗਣਾ ਜਾਂ ਜਾਗਦਾ ਹੋਇਆ ਉਹਨੂੰ ਮੰਨਿਆ ਗਿਆ ਏ ਜਿਸ ਦੇ ਹਿਰਦੇ ਦੇ ਵਿੱਚ ਗਿਆਨ ਹੈ ਔਰ ਜੋ ਜਨਮ ਤੋਂ ਲੈ ਕਰਕੇ ਆਪਣੇ ਅਖੀਰਲੇ ਸਵਾਸ ਤੱਕ ਮਾਇਆ ਦੇ ਹੱਥਾਂ ਵਿੱਚ ਖੇਡਦਾ ਏ, ਮਾਇਆ ਦੀਆਂ ਚਲਾਈਆਂ ਹੋਈਆਂ ਚਾਲਾਂ ਤੇ ਮਾਇਆ ਦੇ ਅਧੀਨ ਹੈ, ਜਿਹਨੂੰ ਆਪਣੇ ਜੀਵਨ ਦੇ ਮਨੋਰਥ ਦੀ ਪਹਿਚਾਨ ਨਹੀਂ, ਜਿਸ ਨੇ ਸੰਸਾਰ ਨੂੰ, ਕਾਰ ਵਿਹਾਰ ਨੂੰ, ਪਰਿਵਾਰ ਨੂੰ ਹੀ ਆਪਣੀ ਮੰਜ਼ਿਲ ਮੰਨ ਲਿਆ। ਗੁਰਬਾਣੀ ਨੇ ਆਖਿਆ ਉਹ ਮਾਇਆ ਦੇ ਮੋਹ ਦੇ ਵਿੱਚ ਸੁੱਤਾ ਏ
ਔਰ ਦੂਜੇ ਪਾਸੇ ਮਹਾਰਾਜ ਸਾਹਿਬ ਕਹਿੰਦੇ ਨੇ ਜਿਹੜੇ ਗੁਰੂ ਦੇ ਸਿੱਖ ਹਨ ਉਹ ਗੁਰੂ ਤੋਂ ਸਿੱਖਿਆ ਲੈ ਕਰਕੇ ਜਾਗਦੇ ਹਨ। ਜਾਣੀ ਕਿ ਜਿਹੜਾ ਮਾਇਆ ਦੇ ਮੋਹ ਦੇ ਵਿੱਚ, ਅਵਿਦਿਆ ਦੀ ਨੀਂਦ ਦੇ ਵਿੱਚ ਅਵੇਸਲਾ ਹੋ ਕੇ ਸੁੱਤਾ ਪਿਆ ਏ, ਮਹਾਰਾਜ ਕਹਿੰਦੇ ਇਹ ਅਗਿਆਨੀ ਪੁਰਸ਼ ਹੈ। ਔਰ ਜਿਹੜਾ ਖੁਦ ਜਾਗਿਆ ਏ ਤੇ ਦੂਜਿਆਂ ਨੂੰ ਜਗਾਉਂਦਾ ਹੈ, ਉਹਨੂੰ ਕਹਿੰਦੇ ਹਨ ਇਹਦੇ ਹਿਰਦੇ ਵਿੱਚ ਗਿਆਨ ਦਾ ਭੰਡਾਰਾ ਹੈ। ਇਹਦਾ ਹਿਰਦਾ ਗਿਆਨ ਰੂਪੀ ਦੀਵੇ ਦੇ ਨਾਲ ਰੋਸ਼ਨਾਇਆ ਹੋਇਆ ਹੈ ਔਰ ਇਹ ਦੂਜਿਆਂ ਨੂੰ ਵੀ ਗਿਆਨ ਰੂਪੀ ਰੋਸ਼ਨੀ ਵੰਡਦਾ ਹੈ। ਗੁਰਬਾਣੀ ਵਿੱਚ ਆਪਾਂ ਇੱਕ ਸ਼ਬਦ ਪੜ੍ਹਦੇ ਹਾਂ, ਜਿਨ ਮਸਤਕ ਤੁਰ ਹਰ ਲਿਖਿਆ ਤਿਨਾ ਸਤਿਗੁਰ ਮਿਲਿਆ RAM ਰਾਜੇ। ਅਗਿਆਨ ਅੰਧੇਰਾ ਕੱਟਿਆ, ਪਰ ਕਦੋਂ ਕੱਟਿਆ ਗਿਆ? ਜਦੋਂ ਗੁਰ ਗਿਆਨ ਘਟ ਬਲਿਆ। ਹਰ ਲੱਦਾ ਰਤਨ ਪਦਾਰਥੋਂ ਫਿਰ ਬਹੁੜ ਨਾ ਚੱਲਿਆ, ਜਨ ਨਾਨਕ ਨਾਮ ਅਰਾਧਿਆ, ਅਰਾਧ ਹਰ ਮਿਲਿਆ। ਅਸਲ ਵਿੱਚ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜ ਜਾਣਾ, ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲੈਣਾ, ਖੰਡੇ ਬਾਟੇ ਦੀ ਬਹੁ ਲੈ ਕਰਕੇ ਮਰਜ਼ਾਦਾ ਵਰਗਾ ਆਪਣਾ ਜੀਵਨ ਬਣਾ ਲੈਣਾ, ਫਿਰ ਆਖਿਆ ਜਾ ਸਕਦਾ ਹੈ ਵੀ ਇਹਨੇ ਗਿਆਨ ਦੀ ਪ੍ਰਾਪਤੀ ਕੀਤੀ ਹੈ ਜਾਂ ਗਿਆਨ ਦੀ ਪ੍ਰਾਪਤੀ ਕਰਨ ਵਾਸਤੇ ਯਤਨਸ਼ੀਲ ਯਤਨ ਕਰ ਰਿਹਾ ਹੈ। ਤੋ ਭਾਈ ਸਾਹਿਬ ਜੀ ਫਰਮਾਉਂਦੇ ਹਨ, ਚਾਰੇ ਜਾਗੇ ਚੌਹੋਂ ਜੁਗੀ। ਚਾਰ ਜੁਗ ਕਿਹੜੇ ਜੀ? ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਆਗਾਜ਼ ਤੋਂ ਲੈ ਕਰਕੇ ਮਹਾਰਾਜ ਸਾਹਿਬ ਜੀ ਦੇ ਸੱਚਖੰਡ ਗਮਨ ਤੱਕ ਇੱਕ ਯੁੱਗ ਲਾ ਲਈਏ, ਸਮਝਣ ਦੇ ਲਈ ਸੌਖਾ ਸਾਡੀ ਪਕੜ ਦੇ ਵਿੱਚ ਆ ਜਾਵੇਗਾ। ਔਰ ਦੂਜਾ ਯੁੱਗ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਗੁਰਤਾ ਗੱਦੀ ਪੁਰ ਵਿਰਾਜਮਾਨ ਹੋਣ ਤੋਂ ਲੈ ਕਰਕੇ ਉਹਨਾਂ ਦੇ ਸੱਚਖੰਡ ਗਮਨ ਤੱਕ। ਤੀਜਾ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸਮਾਂ। ਔਰ ਚੌਥਾ ਸੋਢੀ ਸੁਲਤਾਨ ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸਮਾਂ। ਮਹਾਰਾਜ ਕਹਿੰਦੇ ਨੇ ਵੀ ਇਹ ਗਿਆਨ ਸਰੂਪ ਹੋ ਕਰਕੇ ਔਰ ਜਗਤ ਜਲੰਦੇ ਨੂੰ ਗਿਆਨ ਦੀ ਰੋਸ਼ਨੀ ਦੇਣ ਦੇ ਲਈ ਚਾਰ ਯੁੱਗਾਂ ਵਿੱਚ ਚਾਰ ਗੁਰੂ ਸਾਹਿਬਾਨ ਆਪਣੇ ਸਮੇਂ ਵਿੱਚ ਗੁਰੂ ਕਾਲ ਦੇ ਵਿੱਚ ਜਾਗੇ। ਔਰ ਪੰਚਾਇਨ ਆਪੇ ਹੋਵਾ। ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਰੂਪ ਦੇ ਵਿੱਚ ਅਕਾਲ ਪੁਰਖ ਪ੍ਰਮਾਤਮਾ ਨੇ ਆਪ ਹੀ ਜਾਮਾ ਧਾਰਿਆ। ਆਪੀ ਨੇ ਆਪ ਸਾਜੇ ਹੋਣ। ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ ਨਾ ਜੀ, ਅਕਾਲ ਪੁਰਖ ਪਰਮਾਤਮਾ ਦੇ ਵਿੱਚ ਕਿੱਡੀ ਵੱਡੀ ਸ਼ਕਤੀ ਹੈ, ਅਸੀਮ ਸ਼ਕਤੀ ਹੈ। ਅਸੀਮ ਤੋਂ ਭਾਵ ਹੁੰਦਾ ਜਿਹਦੀ ਕੋਈ ਸੀਮਾ ਨਹੀਂ, ਜਿਹਦਾ ਕੋਈ ਹੱਦ ਬੰਨਾ ਨਹੀਂ। ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾ ਰੇ। ਪ੍ਰਤਪਾਲੈ ਨਿਤ ਸਾਰ ਸੰਭਾਲੇ, ਗੁਰਨੇ ਮੂਰਖ ਜਾਤਾ ਰੇ। ਜਾਂ ਰੋਜ਼ਾਨਾ ਆਪਾਂ ਆਸਾ ਦੀ ਵਾਰ ਦੇ ਵਿੱਚ ਸਰਵਣ ਕਰਦੇ ਹਾਂ ਕਿ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਪੌਣ ਚੱਲ ਰਹੀ ਏ, ਅੱਗ ਉਹਦੇ ਹੁਕਮ ਵਿੱਚ, ਪਾਣੀ ਉਹਦੇ ਹੁਕਮ ਵਿੱਚ, ਪਹਾੜ ਉਹਦੇ ਹੁਕਮ ਵਿੱਚ ਨੇ, ਚਾਰ ਖਾਣੀਆਂ ਉਹਦੇ ਹੁਕਮ ਵਿੱਚ। ਭੈ ਵਿੱਚ ਪਵਨ ਵਹਿ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵੇਗਾਰ, ਭੈ ਵਿੱਚ ਧਰਤੀ ਦੱਬੀ ਭਾਰ। ਤੇ ਸੰਪੂਰਨਤਾ ਤੇ ਮਾਰੇ ਕਹਿੰਦੇ ਸਗਲਿਆ ਭਉ ਲਿਖਿਆ ਸਿਰ ਲੇਖ, ਨਾਨਕ ਨਿਰਭਉ ਨਿਰੰਕਾਰ ਸਾਚੇ। ਉਸ ਅਕਾਲ ਪੁਰਖ ਪ੍ਰਮਾਤਮਾ ਨਿਰੰਕਾਰ ਵਿੱਚ ਅਸੀਮ ਸ਼ਕਤੀ ਹੈ। ਔਰ ਕਹਿੰਦੇ ਉਸ ਅਸੀਮ ਸ਼ਕਤੀ ਨੇ, ਉਸ ਪ੍ਰਮਾਤਮਾ ਨੇ, ਉਸ ਕਾਲ ਤੋਂ ਰਹਿਤ ਇੱਕ ਅਦੁੱਤੀ ਸ਼ਕਤੀ ਨੇ ਸਰੀਰ ਰੂਪੀ ਜਾਮਾ ਪੰਚਮ ਗੁਰਦੇਵ ਜੀਆਂ ਦੇ ਰੂਪ ਵਿੱਚ ਧਾਰਿਆ ਹੈ। ਆਪੀ ਨੇ ਆਪ ਸਾਜੇ ਹੋਣ। ਉਹਨੇ ਆਪੇ ਤੋਂ ਸਾਜਿਆ। ਸੰਸਾਰ ਵੀ ਮਹਾਰਾਜ ਸਾਹਿਬ ਨੇ ਆਪੇ ਤੋਂ ਸਾਜਿਆ, ਪਰ ਮਾਇਆ ਦਾ ਪਰਦਾ ਪਾ ਦਿੱਤਾ। ਔਰ ਮਾਇਆ ਦੇ ਪਰਦੇ ਵਿੱਚੋਂ ਗੁਰੂ ਕਿਰਪਾ ਕਰਕੇ ਕੱਢਦਾ ਹੈ ਖੈਰ। ਚਾਰੇ ਜਾਗੇ ਚਹੁ ਜੁਗੀ, ਪੰਚਾਇਨ ਆਪੇ ਹੋਵਾ। ਆਪੀ ਨੇ ਆਪ ਸਾਜੇ ਹੁਣ, ਆਪੇ ਹੀ ਥੰਮ ਖਲੋਵਾ। ਉਸ ਅਕਾਲ ਪੁਰਖ ਪ੍ਰਮਾਤਮਾ ਨੇ ਆਪੇ ਤੋਂ ਸੰਸਾਰ ਸਾਜਿਆ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ।
ਦੁਈ ਕੁਦਰ ਸਾਜੀਏ ਕਰ ਆਸਨ ਡਿਠੋ ਚਾਓ, ਦਾਤਾ ਕਰਤਾ ਆਪ ਤੋਂ। ਦਾਤਾ ਉਹ ਹੁੰਦਾ ਏ ਜਿਹੜਾ ਜੀਆਂ ਨੂੰ ਦਾਤਾਂ ਦੇਣ ਵਾਲਾ ਹੈ, ਜਿਹੜਾ ਚਾਰ ਖਾਣੀਆਂ ਅੰਡਰ ਜੇਰ ਸੇਤ ਉਤਪਦ ਨੂੰ ਪੈਦਾ ਕਰਕੇ ਉਹਨਾਂ ਦੀ ਪ੍ਰਤਪਾਲਨਾ ਕਰ ਰਿਹਾ ਹੈ। ਦਾਤਾ ਕਰਤਾ ਆਪ ਤੂੰ, ਤੁਸ ਦੇਵਹਿ ਕਰੇ ਪਸਾਓ, ਤੂੰ ਜਾਣੋਈ ਸਭ ਸੇ। ਮਹਾਰਾਜ ਸਾਹਿਬ ਤੂੰ ਸਾਰੀ ਇਹ ਸ੍ਰਿਸ਼ਟੀ ਪੈਦਾ ਕੀਤੀ, ਦੇ ਲੈਸੈ ਜਿੰਦ ਕਵਾਓ, ਕਰ ਆਸਨ ਡਿਠੋ ਚਾਓ। ਤੁਸੀਂ ਮਹਾਰਾਜ ਸਾਹਿਬ ਆਪੇ ਤੋਂ ਸੰਸਾਰ ਸਾਜਿਆ ਏ ਤੇ ਆਪ ਹੀ ਸੰਸਾਰ ਨੂੰ ਪ੍ਰਤਪਾਲ ਰਹੇ ਹੋ। ਧਰਤੀ ਆਕਾਸ਼ ਪਤਾਲ ਨੂੰ ਤੁਸੀਂ ਆਪ ਹੀ ਥੰਮਿਆ ਹੋਇਆ ਏ। ਜਾਂ ਜਿਨ੍ਹਾਂ ਦਾ ਅਖਲਾਕ ਡਿੱਗਣ ਲੱਗਦਾ ਏ, ਆਪ ਤੁਸੀਂ ਉਹਨੂੰ ਨਾਮ ਰੂਪੀ ਦਾਤ ਦੇ ਕਰਕੇ ਜੀਵਨ ਵਿੱਚ ਡਿੱਗਣੋਂ ਥੰਮ ਲੈਂਦੇ ਜੇ। ਆਪੇ ਪੱਟੀ, ਅਗਲੇ ਬਚਨ ਨੇ ਪੱਟੀ ਸੌਖਾ ਸਮਝਣ ਦੇ ਲਈ ਇੱਕ ਪੱਟੀ ਨੂੰ ਪੱਟੀ ਆਖਿਆ ਜਾਂਦਾ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਬਾਣੀ ਲਿਖੀ ਤੇ ਸਰਲੇਖ ਲਿਖਿਆ, ਪੱਟੀ ਲਿਖੀ। ਹੁਣ ਇੱਥੇ ਪੱਟੀ ਕੀ ਹੈ? ਸਾਡਾ ਜੀਵਾਂ ਦਾ ਮੱਥਾ, ਮਸਤਕ। ਮਹਾਰਾਜ ਸਾਹਿਬ ਆਪ ਹੀ ਸਾਡੇ ਜੀਵਾਂ ਦੇ ਮਸਤਕ ਉੱਤੇ ਹੁਕਮ ਰੂਪੀ ਕਲਮ ਦੇ ਨਾਲ ਕਰਮਾਂ ਰੂਪੀ ਲੇਖ ਲਿਖਣ ਵਾਲੇ ਹੋ। ਆਪੇ ਪੱਟੀ ਕਲਮ ਆਪ ਲਿਖਣ ਹਾਰਾ ਹੋਵਾ। ਔਰ ਅਗਲਾ ਬਚਨ ਕੀਤਾ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਵਾ। ਜਿਹੜਾ ਸੰਸਾਰ ਹੈ ਨਾ ਜੀ, ਸੰਸਾਰ ਇਹ ਥਿਰ ਨਹੀਂ ਰਹਿੰਦਾ। ਸਾਡੇ ਤੋਂ ਪਹਿਲੋਂ ਸੰਸਾਰਕ ਜ਼ਿੰਮੇਵਾਰੀਆਂ ਸਾਡੇ ਪਿਤਾ ਜੀ ਨਿਭਾਉਂਦੇ ਸਨ। ਉਹਨਾਂ ਤੋਂ ਪਹਿਲੋਂ ਸਾਡੇ ਦਾਦਾ ਜੀ, ਪੜਦਾਦਾ ਜੀ। ਪਰ ਜਿਹੜਾ ਘਰ ਦਾ ਮੁਖੀ ਮੈਂਬਰ ਕੋਈ ਸਥਿਰ ਨਹੀਂ ਰਹਿੰਦਾ। ਸਮੇਂ ਦੇ ਨਾਲ ਸਮਾਂ ਕਰਵਟ ਲੈਂਦਾ ਏ, ਉਹ ਬਦਲਦਾ ਰਹਿੰਦਾ ਏ। ਪਰ ਅਕਾਲ ਪੁਰਖ ਪ੍ਰਮਾਤਮਾ ਇੱਕ ਹੈ। ਉਹ ਆਦ ਸੱਚ ਜੁਗਾਦ ਸੱਚ ਹੈ, ਪੀ ਸੱਚ ਨਾਨਕ ਹੋਸੀ ਪੀ ਸੱਚ। ਔਰ ਇੱਥੇ ਭਾਈ ਸਾਹਿਬ ਭਾਈ ਸੱਤਾ ਜੀ, ਭਾਈ ਬਲਵੰਡ ਜੀ, ਪੰਚਮ ਗੁਰਦੇਵ ਜੀਆਂ ਨੂੰ ਮੁਖਾਤਬ ਹੋ ਕਰਕੇ ਬਚਨ ਕਹਿੰਦੇ ਹਨ, ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਵਾ। ਇਹ ਸੰਸਾਰ, ਇਹ ਸ੍ਰਿਸ਼ਟੀ, ਇਹ ਲੁਕਾਈ ਆਉਣ ਜਾਣ ਵਾਲੀ ਹੈ। ਕਿਉਂਕਿ ਇਹਨਾਂ ਦੇ ਮਸਤਕ ਦੇ ਮਹਾਰਾਜ ਸਾਹਿਬ ਨੇ ਮੌਤ ਵਾਲਾ ਲੇਖ ਲਿਖਾਇਆ। ਆਪਾਂ ਮਰਨਾ ਲਿਖਾ ਕੇ ਸੰਸਾਰ ਤੇ ਆਏ ਆ, ਪਰ ਪੰਚਮ ਗੁਰਦੇਵ ਜੀ ਆਪ ਜੀ ਸਦਾ ਹੀ ਨਵੇਂ ਨਰੋਵੇ। ਤਖਤ ਬੈਠਾ ਅਰਜਨ ਗੁਰੂ, ਅਗਲਾ ਬਚਨ, ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਇਹ ਬਚਨ ਨੂੰ ਸਮਝਿਓ ਜੀ। ਪੰਚਮ ਗੁਰਦੇਵ ਜੀ ਆਪ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਗੁਰਤਾ ਗੱਦੀ ਦੇ ਪੰਜਵੇਂ ਵਾਰਸ ਹੋ। ਔਰ ਤੁਹਾਡੀ ਜਿਹੜੀ ਉਪਮਾ ਹੈ ਉਹ ਸਾਰੇ ਪਾਸੇ ਪਸਰ ਰਹੀ ਹੈ। ਸਤਿਗੁਰ ਕਾ ਖਿਵੈ ਚੰਦੋਆ। ਜੋ ਤੁਸੀਂ ਸਤ, ਸੰਤੋਖ, ਦਇਆ, ਧਰਮ, ਧੀਰਜ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ ਹੈ, ਪ੍ਰਗਟੀਕਰਨ ਰੂਪ ਦੇ ਵਿੱਚ ਹੰਢਾਇਆ ਹੈ ਔਰ ਹੰਢਾ ਕਰਕੇ ਸਿੱਖਾਂ ਨੂੰ ਹੰਢਾਉਣ ਦੀ ਸਿੱਖਿਆ ਦਿੱਤੀ ਹੈ, ਉਹ ਜਿਹੜੀ ਆਪ ਜੀ ਦੀ ਉਪਮਾ ਹੈ ਨਾ, ਉਹ ਸਾਰੇ ਪਾਸੇ ਪਸਰੀ ਹੋਈ ਹੈ। ਔਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕਰਕੇ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਤੱਕ ਦੀ ਜਿਹੜੀ ਬਰਕਤ ਹੈ, ਉਹਦਾ ਇੱਕ ਚੰਦੋਵਾ, ਇੱਕ ਬਰਕਤ ਬਣ ਕੇ ਆਪ ਜੀਆਂ ਦੇ ਸਰੀਰ ਸੀਸ ਦੇ ਉੱਪਰ ਤਾਣਿਆ ਹੋਇਆ ਹੈ। ਉੱਗ ਬਣਾਓ ਤੇ ਅੱਥ ਬਣਾਓ, ਅਗਲਾ ਬਚਨ। ਉੱਗਣ ਤੋਂ ਭਾਵ ਜਿੱਥੋਂ ਸੂਰਜ ਚੜ੍ਹਦਾ ਹੈ, ਸੂਰਜ ਉੱਗਦਾ ਹੈ, ਸੂਰਜ ਪ੍ਰਕਾਸ਼ਮਾਨ ਹੁੰਦਾ ਹੈ, ਉੱਥੋਂ ਲੈ ਕਰਕੇ ਜਿੱਥੇ ਜਾ ਕਰਕੇ ਸੂਰਜ ਅਸਤਦਾ ਹੈ। ਉੱਗ ਬਣਾਓ ਤੇ ਅੱਥ ਬਣਾਓ, ਚਾਹੋ ਚੱਕੀ ਕੀਆਂ ਲੋਆ। ਔਰ ਚਾਰ ਦਿਸ਼ਾਵਾਂ ਦੇ ਵਿੱਚ ਮਹਾਰਾਜ ਸਾਹਿਬ ਆਪ ਜੀ ਦੀ ਬਰਕਤ ਨੇ ਇੱਕ ਪ੍ਰਕਾਸ਼ ਕੀਤਾ ਹੋਇਆ ਹੈ। ਆਪ ਜੀ ਦੀ ਕਿਰਪਾ ਦੇ ਨਾਲ, ਆਪ ਜੀ ਦੇ ਪਵਿੱਤਰ ਜੀਵਨ ਦੇ ਨਾਲ ਇੱਕ ਪ੍ਰਕਾਸ਼ ਹੋਇਆ ਹੈ। ਅਵਿਦਿਆ ਦੀ ਨੀਂਦ ਦੂਰ ਹੋਈ ਹੈ ਔਰ ਗਿਆਨ ਦਾ ਜਿਹੜਾ ਚਾਨਣ ਸਾਰੇ ਪਾਸੇ ਪਸਰਿਆ ਹੈ। ਉੱਗ ਬਣਾਓ ਤੇ ਅੱਥ ਬਣਾਓ, ਚੋ ਚੱਕੀ ਕੀਨ ਲੋਵਾ। ਪਰ ਅਗਲਾ ਬਚਨ ਕਹਿੰਦੇ ਨੇ, ਜਿਨੀ ਗੁਰੂ ਨਾ ਸੇਵਿਓ। ਪੰਚਮ ਗੁਰਦੇਵ ਦੀ ਉਪਮਾ ਹੋ ਰਹੀ ਹੈ। ਮਹਾਰਾਜ ਸਾਹਿਬ ਸਤ, ਸੰਤੋਖ, ਦਇਆ, ਧਰਮ ਦੇ ਦਾਤੇ ਹਨ। ਉਹ ਸ਼ਾਂਤੀ ਦੇ ਪੁੰਜ ਹਨ, ਉਹ ਖੁਦ ਖੁਦਾ ਹਨ।
ਇਦਾਂ ਆਵਾਜ਼ਾਂ ਕੰਨਾਂ ਵਿੱਚ ਪੈ ਰਹੀਆਂ, ਪਰ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਈਰਖਾ ਹੈ, ਦਵੈਤ ਹੈ, ਜਿਹੜੇ ਅਜੇ ਵੀ ਅਵਿਦਿਆ ਦੀ ਨੀਂਦ ਦੇ ਵਿੱਚ ਸੁੱਤੇ ਹੋਏ ਨੇ। ਭਾਈ ਸਾਹਿਬ ਜੀ ਫਰਮਾਉਂਦੇ ਨੇ, ਚਾਹੇ ਉਹ ਸਰੀਰ ਕਰਕੇ ਚੱਲਦੇ ਫਿਰਦੇ ਨੇ, ਖਾਂਦੇ ਪੀਂਦੇ ਹਨ, ਸੌਂਦੇ ਜਾਗਦੇ ਪਹਿਨਦੇ ਨੇ, ਪਰ ਕਹਿੰਦੇ ਉਹ ਆਤਮਿਕ ਮੌਤ ਤੇ ਮਰੇ ਹੋਏ ਨੇ। ਕਿਉਂ? ਕਿਉਂਕਿ ਉਹਨਾਂ ਦੇ ਹਿਰਦੇ ਵਿੱਚ ਪੰਚਮ ਗੁਰਦੇਵ ਜੀਆਂ ਦੀ ਯਾਦ, ਉਹਨਾਂ ਦਾ ਧਿਆਨ ਨਹੀਂ। ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ। ਉਹ ਮਨਮੁਖ ਬੰਦੇ, ਉਹ ਗੁਰੂ ਦੀ ਮੱਤ ਨੂੰ ਛੱਡ ਕੇ ਦਵੈਤ ਦੇ ਰਸਤੇ ਤੇ ਤੁਰਨ ਵਾਲੇ, ਉਹ ਮਨ ਦੇ ਪਿੱਛੇ ਲੱਗਣ ਵਾਲੇ ਆਤਮਿਕ ਮੂਤੇ ਮਰੇ ਹੋਏ ਹਨ। ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਲ। ਮਹਾਰਾਜ ਸਾਹਿਬ ਆਪ ਦੀ ਮਹਿਮਾ ਉਪਮਾ ਜਿਹੜੀ ਹੈ ਨਾ, ਉਹ ਬਹੁਤ ਵੱਡੀ ਹੈ। ਸੱਚੇ ਦਾ ਸੱਚਾ ਢੋਆ, ਸੱਚੇ ਦਾ ਆਸਰਾ ਸੱਚਾ ਪ੍ਰਮਾਤਮਾ ਹੁੰਦਾ ਹੈ, ਜਾਂ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਨਾਮ ਹੁੰਦਾ ਹੈ। ਜਦੋਂ ਸਾਧ ਸੰਗਤ ਆਪਾਂ ਪੰਚਮ ਗੁਰਦੇਵ ਦਾ ਜੀਵਨ ਪੜ੍ਹਦੇ ਆ ਨਾ ਜੀ, ਮੈਂ ਸੰਖੇਪ ਵਿੱਚ ਕੁਝ ਪਵਾਰੀਕ ਦੇ ਪੰਨੇ ਆਪ ਜੀਆਂ ਦੇ ਨਾਲ ਸਾਂਝੇ ਕਰਾਂਗਾ। ਪੰਚਮ ਗੁਰਦੇਵ ਦਾ ਜਿਹੜਾ ਆਗਾਜ਼ ਆਗਮਨ ਹੈ, ਪ੍ਰਕਾਸ਼ ਹੈ, ਉਹ ਗੋਂਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਗ੍ਰਹਿ ਔਤ ਮਾਤ ਭਾਨੀ ਦੀ ਪਵਿੱਤਰ ਕੁੱਖ ਤੋਂ 1563 ਦੇ ਵਿੱਚ ਹੋਇਆ। ਔਰ ਜਿੱਥੇ ਆਪ ਜੀ ਮਾਤਾ ਪਿਤਾ ਦੀ ਹਜ਼ੂਰੀ ਦੇ ਵਿੱਚ ਪਲੇ, ਉੱਥੇ ਨਾਨਾ ਸਤਿਗੁਰੂ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਗੋਦ, ਪਵਿੱਤਰ ਹਜ਼ੂਰੀ ਦਾ ਨਿੱਘ ਮੰਨਣ ਦਾ ਸੁਭਾਗ ਹਾਸਲ ਹੋਇਆ ਜੀ। ਇੱਕ ਦਿਨ ਦਾ ਵਾਕਿਆ ਹੈ, ਉਹ ਇਤਿਹਾਸਕ ਘਟਨਾ ਹੈ। ਮਾਤ ਭਾਨੀ ਦੀ ਡਿਊਟੀ ਲੱਗੀ ਹੋਈ ਹੈ ਵੀ ਜਿਸ ਪਾਸੇ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਇਕਾਂਤ ਦੇ ਵਿੱਚ ਬੈਠਦੇ ਹਨ, ਉੱਥੇ ਕਿਸੇ ਨੂੰ ਜਾਣ ਦੀ ਆਗਿਆ ਨਹੀਂ। ਜੇ ਕਿਸੇ ਨੇ ਜਾਣਾ ਹੈ ਤੇ ਮਾਤ ਭਾਨੀ ਜੀਆਂ ਦੀ ਆਗਿਆ ਲੈ ਕਰਕੇ ਜਾਂਦਾ ਹੈ। ਪਰ ਪੰਚਮ ਗੁਰਦੇਵ ਜੀ ਇੱਕ ਦਿਨ ਰੜਦੇ ਰੜਦੇ ਉਸ ਪਾਸੇ ਨੂੰ ਚਲੇ ਗਏ, ਔਰ ਕੁਝ ਵਿਦਵਾਨਾਂ ਨੇ ਉੱਥੇ ਬਾ ਕਮਾਲ ਬਚਨ ਲਿਖਿਆ ਹੈ ਕਿ ਪਹਿਲਾਂ ਆਪ ਜੀਆਂ ਨੇ ਇੱਕ ਹੱਥ ਦੇ ਨਾਲ ਦਰਵਾਜ਼ਾ ਖੋਲਿਆ, ਨਹੀਂ ਖੋਲਾ, ਦੂਜਾ ਹੱਥ ਲਾਇਆ, ਦਰਵਾਜ਼ਾ ਨਹੀਂ ਖੋਲਾ, ਫਿਰ ਇੱਕ ਗੋਡਾ ਲਾ ਕਰਕੇ, ਜਿਹਨੂੰ ਆਪਾਂ ਵੀਰ ਆਸਨ ਕਹਿੰਦੇ ਆ, ਉਸ ਤਰ੍ਹਾਂ ਨਾਲ ਸਿਰ ਲਾਇਆ ਹੈ। ਜਦੋਂ ਦੋਵਾਂ ਹੱਥਾਂ ਦਾ ਤੇ ਸਿਰ ਦਾ ਜ਼ੋਰ ਲਾਇਆ, ਦਰਵਾਜ਼ਾ ਖੁੱਲ ਗਿਆ। ਰਿੜਦਿਆਂ ਰਿੜਦਿਆਂ ਨਾਨਾ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਲੰਗ ਦੇ ਬਿਲਕੁਲ ਨੇੜੇ ਗਏ, ਔਰ ਐਨ ਜਦੋਂ ਜਾ ਕਰਕੇ ਪਲੰਗ ਨੂੰ ਹੱਥ ਪਾ ਲਿਆ, ਇਧਰੋਂ ਮਾਤ ਭਾਨੀ ਜੀ ਭੱਜੇ ਭੱਜੇ ਆਏ। ਮਹਾਰਾਜ ਸਾਹਿਬ ਜੀ ਬਿਰਤੀ ਦੇ ਵਿੱਚੋਂ ਬਾਹਰ ਆਏ, ਨੇਤਰ ਖੋਲੇ ਤੇ ਬਚਨ ਕਰਦੇ ਹਨ, ਇਹ ਕਿਹੜਾ ਪੁਰਖ ਭਾਰੀ ਜਿਸਨੇ ਮੰਜੀ ਹਿਲਾਈ ਸਾਰੀ। ਵੀ ਭਾਈ ਕਿਹੜਾ ਭਾਰੀ ਪੁਰਖ ਹੈ ਜਿਹਨੇ ਸਾਰਾ ਇਹ ਪਲੰਗ ਆਸਣ ਹੀ ਹਿਲਾ ਦਿੱਤਾ ਹੈ। ਤੇ ਉਸ ਸਮੇਂ ਮਾਤ ਭਾਨੀ ਕਹਿੰਦੇ ਨੇ, ਪਿਤਾ ਸਤਿਗੁਰੂ ਜੀ, ਇਹ ਆਪ ਜੀਆਂ ਦਾ ਦੋਹਤਾ ਹੈ। ਤੇ ਉਸ ਸਮੇਂ ਮਹਾਰਾਜ ਸਾਹਿਬ ਨੇ ਬਚਨ ਕਹੇ ਸਨ, ਦੋਹਤਾ ਬਾਣੀ ਕਾ ਬੋਹਤਾ ਦੋਹਤਿਆ, ਤੂੰ ਬਾਣੀ ਕਾ ਜਹਾਜ਼ ਹੋਏਗਾ। ਸਮੇਂ ਨੇ ਸਾਧ ਸੰਗਤ ਕਰਵੜ ਖਾਦੀ, ਸਮਾਂ ਆਪਣੀ ਚਾਲੇ ਚੱਲਦਾ ਗਿਆ। ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦਾ ਸਮਾਂ, ਔਰ ਮਹਾਰਾਜ ਸਾਹਿਬ ਜੀਆਂ ਤੋਂ ਵੱਡੇ ਬਾਬਾ ਪ੍ਰਿਥੀ ਚੰਦ ਜੀ, ਬਾਬਾ ਮਹਾਦੇਵ ਜੀ, ਤੇ ਸਭ ਤੋਂ ਉਮਰਾਂ ਦੇ ਵਿੱਚ ਛੋਟੇ ਹਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਜਾਂ ਆਪਾਂ ਸਾਹਿਬਜ਼ਾਦਾ ਅਰਜਨ ਦੇਵ ਜੀ ਸ਼ਬਦ ਵਰਤ ਲਈਏ। ਇੱਕ ਦਿਨ ਮਹਾਰਾਜ ਸਾਹਿਬ ਜੀਆਂ ਦੇ ਤਾਇਆ ਦੇ ਸੁਪੁੱਤਰ ਭਾਈ ਸਹਾਰੀ ਮੱਲ ਜੀ ਆਏ, ਔਰ ਸਹਾਰੀ ਮੱਲ ਜੀ ਨੇ ਆ ਕਰਕੇ ਬੇਨਤੀ ਕੀਤੀ, ਸਤਿਗੁਰੂ ਜੀ ਆਪ ਜੀ ਕਿਰਪਾ ਕਰੋ, ਮੇਰੇ ਬੱਚੇ ਦੀ ਸ਼ਾਦੀ ਹੈ, ਆਪ ਜੀ ਕਿਰਪਾ ਕਰਕੇ ਉਹ ਸ਼ਾਦੀ ਦੇ ਵਿੱਚ ਆ ਕਰਕੇ ਸ਼ਿਰਕਤ ਕਰੋਗੇ, ਸਾਡਾ ਸਿਰ ਮਾਣ ਦੇ ਨਾਲ ਉੱਚਾ ਹੋ ਜਾਵੇਗਾ। ਔਰ ਉੱਥੇ ਬਹੁਤ ਸੰਗਤਾਂ ਨੇ ਜੋ ਆਪ ਜੀ ਦੇ ਦਰਸ਼ਨ ਕਰਨੇ ਚਾਹੁੰਦੀਆਂ ਨੇ। ਮਹਾਰਾਜ ਸਾਹਿਬ ਨੇ ਸਾਧ ਸੰਗਤ ਉਸ ਸਮਾਂ ਵਿਚਾਰਿਆ, ਫਿਰ ਬੜੇ ਠਰਮੇ ਦੇ ਨਾਲ ਪ੍ਰੇਮ ਭਰੇ ਬੋਲਾਂ ਵਿੱਚ ਆਖਿਆ, ਇਸ ਸਮੇਂ ਅੰਮ੍ਰਿਤ ਸਰੋਵਰ ਦੀ ਕਾਰ ਸੇਵਾ ਚੱਲ ਰਹੀ ਹੈ, ਔਰ ਬਹੁਤ ਸੰਗਤਾਂ ਗੁਰੂ ਨਾਨਕ ਦੇ ਘਰ ਦੇ ਚੌਥੇ ਵਾਰਸ ਹੋਣ ਕਰਕੇ ਸਾਡੇ ਦਰਸ਼ਨ ਕਰਨ ਲਈ ਦਰਸ਼ਨਾਂ ਦੀ ਤਾਂਘ ਲੈ ਕਰਕੇ ਆਉਂਦੀਆਂ ਹਨ। ਜੇ ਅਸੀਂ ਜਾਵਾਂਗੇ, ਬਹੁਤ ਸੰਗਤਾਂ ਸਾਡੇ ਨਾਲ ਵੀ ਜਾਣਗੀਆਂ, ਪਰ ਜਿਨ੍ਹਾਂ ਸੰਗਤਾਂ ਨੂੰ ਪਤਾ ਲੱਗੇਗਾ
ਵੀ ਸਤਿਗੁਰੂ ਜੀ ਲਾਹੌਰ ਗਏ ਨੇ, ਉਹ ਪਿੱਛੇ ਆਉਣਗੀਆਂ, ਤੁਹਾਡਾ ਖਰਚਾ ਬਹੁਤ ਵੱਧ ਜਾਵੇਗਾ। ਔਰ ਇੱਕ ਸੰਗਤ ਰੱਬ ਦਾ ਰੂਪ ਹੈ, ਉਹਨਾਂ ਨੂੰ ਇੱਧਰ ਉੱਧਰ ਕਈ ਜਗ੍ਹਾ ਤੇ ਸਾਨੂੰ ਲੱਭਣਾ ਪਵੇਗਾ। ਇਸ ਕਰਕੇ ਚੰਗਾ ਹੋਵੇਗਾ ਅਸੀਂ ਆਪਣੇ ਸਾਹਿਬਜ਼ਾਦੇ ਨੂੰ ਤੁਹਾਡੇ ਨਾਲ ਭੇਜ ਦਈਏ। 7 ਵਚਨ ਆਖਿਆ। ਉਸ ਸਮੇਂ ਸਭ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਪ੍ਰਿਥੀ ਚੰਦ ਨੂੰ ਬੁਲਾਇਆ, ਕਿਉਂਕਿ ਉਮਰਾਂ ਵਿੱਚ ਵੱਡਾ ਹੈ ਜੀ। ਆਖਿਆ ਆਪ ਜੀ ਦੇ ਤਾਇਆ ਜੀ ਦੇ ਬੇਟੇ ਦੀ ਸ਼ਾਦੀ ਤੇ ਚਲੇ ਜਾਓ। ਉਹਨੇ ਸਾਧ ਸੰਗਤ ਉਸੇ ਵੇਲੇ ਜਵਾਬ ਦਿੱਤਾ, ਮਹਾਰਾਜ ਸਾਹਿਬ ਇੱਥੋਂ ਦਾ ਸਾਰਾ ਜਿਹੜਾ ਕੰਮ ਕਾਜ ਹੈ, ਮਾਇਆ ਦੀ ਦੇਖ ਰੇਖ ਮੈਂ ਕਰਦਾ, ਜੇ ਛੱਡ ਕੇ ਚਲਾ ਜਾਵਾਂਗਾ ਤੇ ਸਾਰਾ ਜਿਹੜਾ ਕਾਰਜ ਬੜਾ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਹੈ ਰੁਕ ਜਾਵੇਗਾ। ਮਹਾਰਾਜ ਸਾਹਿਬ ਮੇਰਾ ਜਾਣਾ ਸੰਭਵ ਨਹੀਂ, ਆਪ ਜੀ ਹੋਰ ਕਿਸੇ ਦੀ ਡਿਊਟੀ ਲਾ ਦਿਓ। ਹੁਣ ਸਾਧ ਸੰਗਤ ਦੂਜੇ ਨੰਬਰ ਤੇ ਬਾਬਾ ਮਹਾਦੇਵ ਜੀਆਂ ਦੀ ਵਾਰੀ ਆਈ। ਚੌਥੇ ਪਾਤਸ਼ਾਹ ਜੀ ਨੇ ਬੁਲਾਇਆ, ਬੁਲਾ ਕਰਕੇ ਪੁੱਛਿਆ ਕਿ ਆਪ ਜੀ ਦੇ ਤਾਇਆ ਜੀ ਦੇ ਨਾਲ ਉਹਨਾਂ ਦੇ ਬੇਟੇ ਦੇ ਵਿਵਾਹ ਕਾਰਜ ਤੇ ਚਲੇ ਜਾਓ। ਉਹਨਾਂ ਨੇ ਕਹਿ ਦਿੱਤਾ ਵੀ ਮਹਾਰਾਜ ਸਾਹਿਬ ਗੁਸਤਾਖੀ ਵਾਸਤੇ ਮਾਫੀ, ਪਰ ਅਸੀਂ ਇਹਨਾਂ ਦੁਨਿਆਵੀ ਰਿਸ਼ਤਿਆਂ ਦੇ ਵਿੱਚ ਉਲਝਣਾ ਨਹੀਂ ਚਾਹੁੰਦੇ, ਅਸੀਂ ਜਿਸ ਮੌਜ ਵਿੱਚ ਆ ਸਾਨੂੰ ਉੱਥੇ ਰਹਿਣ ਦਿਓ। ਹੁਣ ਤੀਜੇ ਨੰਬਰ ਤੇ ਵਾਰੀ ਆਉਂਦੀ ਹੈ ਪੰਚਮ ਗੁਰਦੇਵ ਸਾਹਿਬਜ਼ਾਦਾ ਸ੍ਰੀ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੀ। ਔਰ ਇਹ ਸਾਰਾ ਕੌਤਕ ਮਾਤ ਭਾਨੀ ਜੀ ਵੇਖ ਰਹੇ ਨੇ। ਉਹਨਾਂ ਨੇ ਉਸ ਸਮੇਂ ਸਾਧ ਸੰਗਤ ਇੱਕ ਹਿਰਦੇ ਵਿੱਚ ਅਰਦਾਸ ਕੀਤੀ, ਮਨ ਹੀ ਮਨ ਅਰਦਾਸ ਕੀਤੀ ਵੀ ਸਾਡੇ ਪਤੀ ਸਤਿਗੁਰੂ ਦੀ ਦੋ ਬੱਚਿਆਂ ਨੂੰ, ਦੋ ਸਾਹਿਬਜ਼ਾਦਿਆਂ ਨੂੰ ਬੁਲਾ ਕੇ ਔਰ ਉਹਨਾਂ ਨੂੰ ਪੁੱਛ ਚੁੱਕੇ ਨੇ, ਉਹਨਾਂ ਨੇ ਕੋਰੀ ਨਾ ਕੀਤੀ ਏ। ਮਹਾਰਾਜ ਸਾਹਿਬ ਕਿਰਪਾ ਕਰਿਓ, ਹੁਣ ਮੇਰੇ ਅੰਮ੍ਰਿਤ ਵਰਗੇ ਦੁੱਧ ਦੀ ਲਾਜ ਰੱਖ ਦਿਓ, ਮੇਰਾ ਛੋਟਾ ਸੁਪੁੱਤਰ ਸਾਹਿਬਜ਼ਾਦਾ ਅਰਜਨ ਦੇਵ ਆਪਣੇ ਪਿਤਾ ਨੂੰ ਜਵਾਬ ਨਾ ਦੇਵੇ। ਜਦੋਂ ਪੰਚਮ ਗੁਰਦੇਵ ਆਉਂਦੇ ਨੇ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਪਾਸ, ਤੇ ਦੋਵੇਂ ਹੱਥ ਜੋੜੇ ਨੇ, ਨਿਮਰਤਾ ਦੇ ਨਾਲ ਸੀਸ ਝੁਕਾਇਆ ਹੈ ਔਰ ਬੜੇ ਅਦਬ ਦੇ ਨਾਲ ਪਿਤਾ ਸਤਿਗੁਰੂ ਦੀ ਹਜ਼ੂਰੀ ਵਿੱਚ ਖੜ ਕਰਕੇ ਜੋ ਵੀ ਪਿਤਾ ਜੀ ਕਹਿ ਰਹੇ ਨੇ, ਇਧਰੋਂ ਇੱਕੋ ਬਚਨ ਬੋਲਦੇ ਨੇ, 7 ਬਚਨ ਜੀ, ਜਿੱਦਾਂ ਆਪ ਜੀ ਦੀ ਆਗਿਆ ਹੈ। ਔਰ ਜੇ ਮਹਾਰਾਜ ਸਾਹਿਬ ਨੇ ਇਹ ਸਾਧ ਸੰਗਤ ਸ਼ਬਦ ਉਚਾਰਿਆ ਨਾ ਪੰਚਮ ਗੁਰਦੇਵ ਜੀਆਂ ਨੇ, ਮਾਨ ਮੋਹ ਹਰ ਲੋਭ ਵਿਕਾਰਾ ਪੀਓ ਚੀਤ ਨਾ ਘਾਲਿਓ, ਨਾਮ ਰਤਨ ਗੁਨਾ ਹਰ ਬਣਜੇ ਲਾਦ ਵਖਰ ਲੈ ਚਾਲਿਓ, ਸੇਵਕ ਕੀ ਓੜਕ ਨਿਭੀ ਪ੍ਰੀਤ, ਜੀਵਤ ਸਾਹਿਬ ਸੇਵਿਓ ਆਪਣਾ ਚਲ ਤੇ ਰਾਖਿਓ ਚੀਤ, ਜੈਸੀ ਆਗਿਆ ਕੀਨੀ ਠਾਕੁਰ ਤਿਸ ਤੇ ਮੁਖ ਨਹੀਂ ਮੋਰਿਓ, ਸਹਿਜ ਆਨੰਦ ਰਖਿਓ ਗ੍ਰਹਿ ਭੀਤਰ ਉਠ ਵਾਹੂ ਕਉ ਦੌਰਿਓ, ਆਗਿਆ ਮੈਂ ਭੂਖ ਸੋਈ ਕਰ ਸੁਖਾ ਸੋ ਗਰਖ ਨਹੀਂ ਜਾਣਿਓ, ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾਥੇ ਲੈ ਮਾਨਿਓ। ਫਿਰ ਸਾਧ ਸੰਗਤ ਜਿਹੜਾ ਗੁਰੂ ਦੀ ਸਿੱਖਿਆ ਹਾਸਲ ਕਰ ਲੈਂਦਾ, ਇਹਨੂੰ ਪ੍ਰਾਪਤ ਕੀ ਹੁੰਦਾ ਹੈ? ਜਿਹੜਾ ਗੁਰੂ ਦੀ ਆਗਿਆ ਦੇ ਵਿੱਚ, ਹੁਕਮ ਦੇ ਰਜ਼ਾ ਦੇ ਵਿੱਚ ਪੂਰਾ ਰਹਿੰਦਾ ਹੈ, ਉਹਨੂੰ ਪ੍ਰਾਪਤ ਕੀ ਹੁੰਦਾ ਹੈ? ਮਹਾਰਾਜ ਨੇ ਇਹ ਵੀ ਦੱਸਿਆ, ਭਏ ਕਿਰਪਾਲ ਠਾਕੁਰ ਸੇਵਕ ਕਉ ਸਵਰੇ ਹਲਤ ਪਲਾਤਾ, ਧਨ ਸੇਵਕ ਸਫਲ ਉਹ ਆਇਆ, ਜੇ ਨਾਨਕ ਖਸਮ ਪਛਾਤਾ, ਉਹਦਾ ਆਉਣਾ ਸਫਲ ਹੋ ਜਾਂਦਾ ਹੈ। 7 ਬਚਨ ਕਹਿ ਕਰਕੇ ਆਪਣੇ ਤਾਇਆ ਜੀ ਸਹਾਰੀ ਮਲ ਦੇ ਨਾਲ ਤੁਰੇ, ਲਾਹੌਰ ਵਿੱਚ ਗਏ। ਮਹਾਰਾਜ ਨੇ ਜਾਣ ਲੱਗਿਆ ਕਿ ਬਚਨ ਕੀਤਾ, ਔਰ ਇੱਥੇ ਸਾਧ ਸੰਗਤ ਮਾਤ ਭਾਨੀ ਜੀ ਨੇ ਖੁਸ਼ ਹੋ ਕਰਕੇ ਸੀਸ ਦਿੱਤੀ ਸੀ, ਜੋ ਮਹਾਰਾਜ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਵਿੱਚ ਉਹ ਸ਼ਬਦ ਸਾਡੇ ਨਾਲ ਸਾਂਝਾ ਕੀਤਾ ਹੈ। ਜਿਸ ਸਿਮਰਤ ਸਭ ਕਿਲ ਵਿਖ ਨਾਸੇ, ਪਿਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾ ਅੰਤ ਨਾ ਪਾਰੋ ਪੂਤਾ, ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਤੋ ਸਭ ਤੋਂ ਵੱਡੀ ਅਸੀਸ ਕਿਹੜੀ ਹੈ ਜੀ? ਕਿਸੇ ਨੂੰ ਦੁੱਧ ਦੀ ਅਸੀਸ ਦੇਣੀ, ਕਿਸੇ ਨੂੰ ਪੁੱਤ ਦੀ ਅਸੀਸ ਦੇਣੀ, ਕਿਸੇ ਨੂੰ ਨੌਕਰੀ ਦੀ ਅਸੀਸ ਦੇਣੀ, ਕਿਸੇ ਨੂੰ ਤਰੱਕੀ ਦੀ ਅਸੀਸ ਦੇਣੀ। ਇਹ ਅਸੀਸਾਂ ਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਅਸੀਸ ਹੈ ਕਿਸੇ ਨੂੰ ਕਹਿਣਾ ਤੈਨੂੰ ਤੇਰਾ ਖਸਮ, ਤੇਰਾ ਮਾਲਕ, ਤੇਰਾ ਰੱਬ ਚੇਤੇ ਆਵੇ। ਜਿਹੜੀ ਸਾਧ ਸੰਗਤ ਗੁਰਮਤਿ ਦੀ ਸੋਝੀ ਰੱਖਣ ਵਾਲੀ ਮਾਤਾ ਹੈ, ਉਹ ਹਮੇਸ਼ਾ ਹੀ ਆਪਣੇ ਬੱਚੇ ਵਾਸਤੇ ਦਾਤ ਮੰਗਦੀ ਹੈ। ਦਾਤਿਆ ਦੁਨਿਆਵੀ ਦਾਤਾਂ ਦੇ ਵਿੱਚ ਮੇਰੇ ਬੱਚੇ ਨੂੰ ਦਤਾਰ ਪਿਤਾ ਕਦੀ ਤੇਰਾ ਨਾਮ ਨਾ ਵਿਸਰੇ। ਫਿਰ ਸਾਧ ਸੰਗਤ ਜਿੱਥੇ ਪ੍ਰਮਾਤਮਾ ਦਾ ਨਾਮ ਹੁੰਦਾ ਹੈ, ਉੱਥੇ ਸਾਰੀਆਂ ਬਰਕਤਾਂ ਆ ਜਾਂਦੀਆਂ ਹਨ। ਤੋ ਧੰਨ ਪੰਚਮ ਗੁਰਦੇਵ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਪਹੁੰਚੇ ਨੇ, ਤੇ ਮਹਾਰਾਜ ਸਾਹਿਬ ਨੇ ਆਗਿਆ ਕੀਤੀ ਸੀ ਜਿੰਨਾ ਚਿਰ ਅਸੀਂ ਵਾਪਸ ਨਾ ਬੁਲਾਈਏ
ਉਹਨਾਂ ਚਿਰ ਤੁਸੀਂ ਵਾਪਸ ਨਹੀਂ ਆਉਣਾ। ਜਦੋਂ ਆਗਿਆ ਹੋਵੇ, ਜਦੋਂ ਹੁਕਮ ਹੋਵੇ, ਉਦੋਂ ਹੀ ਵਾਪਸ ਆਉਣਾ ਹੈ। ਲਾਹੌਰ ਵਿੱਚ ਗਏ ਤੇ ਪਿਤਾ ਸਤਿਗੁਰਾਂ ਦੇ ਨਾਲ ਪ੍ਰੇਮ ਬਹੁਤ ਜ਼ਿਆਦਾ ਸੀ, ਵਿਛੜਨ ਨੂੰ ਦਿਲ ਨਹੀਂ ਸੀ ਕਰਦਾ, ਪਰ ਸਾਧ ਸੰਗਤ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਜਿਹੜਾ ਸੇਵਕ ਹੁੰਦਾ ਹੈ ਨਾ, ਜਿਹੜਾ ਜਨ ਹੁੰਦਾ ਹੈ, ਜਿਹੜਾ ਗੁਲਾਮ ਹੁੰਦਾ ਹੈ, ਉਹ ਇਹ ਬੇਨਤੀ ਕਰਦਾ ਹੈ, ਹਾਂ ਗੋਲਾ ਲਾਲਾ ਤੁਧ ਮੈਂ ਹੁਕਮ ਫਰਮਾਈਏ। ਮਹਾਰਾਜ ਸਾਹਿਬ ਮੈਨੂੰ ਕਿਰਪਾ ਕਰਕੇ ਹੁਕਮ ਕਰੋ, ਤੁਹਾਡੀ ਆਗਿਆ ਦੇ ਵਿੱਚ ਹੀ ਸੁਖ ਹੈ, ਆਗਿਆ ਮੈਂ ਭੂਖ ਸੋਈ ਕਰ ਸੁਖਾ। ਬਿਲਕੁਲ ਮਹਾਰਾਜ ਸਾਹਿਬ ਨੇ ਇਹ ਬਚਨ ਸੱਚ ਕਰਕੇ ਵਿਖਾਏ। ਔਰ ਲਾਹੌਰ ਦੀ ਧਰਤੀ ਤੇ ਗਏ, ਉੱਥੇ ਜਾ ਕਰਕੇ ਵਿਆਹ ਹੋ ਰਿਹਾ ਹੈ। ਔਰ ਸੁਭਾਵਿਕ ਕਿ ਉਸ ਵਿਆਹ ਦੇ ਵਿੱਚ ਕਈ ਤਰ੍ਹਾਂ ਦੇ ਨਾਚ ਗਾਣੇ, ਹਾਸ ਰਸ, ਕਿਉਂਕਿ ਖੁਸ਼ੀ ਦਾ ਮਾਹੌਲ ਹੈ, ਸਾਰਾ ਕੁਝ ਚੱਲ ਰਿਹਾ ਹੋਵੇਗਾ। ਔਰ ਇੱਥੋਂ ਤੱਕ ਵੀ ਗਿਆਨੀ ਗਿਆਨ ਸਿੰਘ ਜੀਆਂ ਨੇ ਪੰਥ ਪ੍ਰਕਾਸ਼ ਦੇ ਵਿੱਚ ਲਿਖਿਆ ਹੈ ਕਿ ਮਹਾਰਾਜ ਸਾਹਿਬ ਜੀਆਂ ਦੇ ਨਾਲ ਉਹਨਾਂ ਦੇ ਹਮ ਉਮਰ ਬੱਚਿਆਂ ਦੀ ਡਿਊਟੀ ਲਾਈ ਗਈ ਕਿ ਤੁਸੀਂ ਇਹਨਾਂ ਦਾ ਦਿਲ ਲਗਾ ਕਰਕੇ ਰੱਖਣਾ ਹੈ, ਜਿਵੇਂ ਕਿਵੇਂ ਵੀ ਹੋਵੇ ਇਹਨਾਂ ਨੂੰ ਇਕੱਲਾ ਨਹੀਂ ਛੱਡਣਾ, ਇਹਨਾਂ ਨੂੰ ਉਦਾਸ ਨਹੀਂ ਹੋਣਾ ਚਾਹੀਦਾ। ਤੇ ਜਿਵੇਂ ਸਾਧ ਸੰਗਤ ਆਪਾਂ ਭਗਤ ਕਬੀਰ ਜੀ ਦਾ ਇੱਕ ਭਜਨ ਪੜ੍ਹਦੇ ਆ ਨਾ, ਕਬੀਰ ਜਹੇ ਜਹੇ ਹਉ ਫਿਰਿਓ ਕੌਤਕ ਠਾਓ ਠਾਏ, ਇੱਕ ਰਾਮ ਸਨੇਹੀ ਬਾਹਰਾ ਉੱਜਰ ਮੇਰੇ ਪਾਏ। ਭਗਤ ਕਬੀਰ ਜੀ ਕਹਿੰਦੇ ਮੈਂ ਦੁਨੀਆ ਦੇ ਕਈ ਤਰ੍ਹਾਂ ਦੇ ਮੇਲਿਆਂ ਦੇ ਵਿੱਚ, ਕਈ ਤਰ੍ਹਾਂ ਦੇ ਨਾਟਕਾਂ ਦੇ ਵਿੱਚੋਂ ਵਿਚਰਿਆ, ਪਰ ਇੱਕ ਪ੍ਰਮਾਤਮਾ ਦੇ ਨਾਲ ਸਨੇਹ ਰੱਖਣ ਵਾਲੇ ਰੱਬ ਦੇ ਪਿਆਰਿਆਂ ਤੋਂ ਬਗੈਰ, ਜਾਂ ਏਦਾਂ ਕਹਿ ਲਈਏ ਪ੍ਰਮਾਤਮਾ ਦੇ ਨਾਮ ਦੀ ਗੱਲ ਤੋਂ ਬਗੈਰ, ਉਹਦੀ ਵਿਚਾਰ ਤੋਂ ਬਗੈਰ ਮੈਨੂੰ ਸਾਰਾ ਕੁਝ ਉਜਾੜ ਹੀ ਲੱਗਦਾ ਹੈ। ਬਿਲਕੁਲ ਪਿਤਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਨਾਲੋਂ ਵਿਛੋੜਾ ਪਿਆ ਏ। ਔਰ ਉਹ ਜਿਹੜੀ ਬਿਹਬਲਤਾ, ਉਹ ਪੀੜਾ, ਉਹ ਜਿਹੜਾ ਦਰਦ ਹੈ ਨਾ ਜੀ, ਉਹ ਮਹਾਰਾਜ ਸਾਹਿਬ ਤੋਂ ਸਹਾਰਿਆ ਨਹੀਂ ਜਾਂਦਾ। ਪਰ ਜਦੋਂ ਦੂਜੇ ਪਾਸੇ ਵੇਖਦੇ ਨੇ ਵੀ ਹੁਕਮ ਦੇ ਵਿੱਚ, ਰਜ਼ਾ ਦੇ ਵਿੱਚ ਰਹਿਣਾ ਹੀ ਗੁਰੂ ਸਾਹਿਬ ਦੀ ਬਖਸ਼ਿਸ਼ ਦੇ ਪਾਤਰ ਬਣਨਾ ਹੈ, ਫਿਰ ਉੱਥੇ ਰਹਿੰਦੇ ਨੇ। 1 ਮਹੀਨਾ ਕਰੀਬ ਉਸ ਵਿਵਾਹ ਕਾਰਜ ਵਾਲੀ ਜਗ੍ਹਾ ਤੇ ਰਹੇ। ਔਰ ਫਿਰ ਮਹਾਰਾਜ ਸਾਹਿਬ ਦੀ ਆਗਿਆ ਸੀ ਤੁਸੀਂ ਧਰਮਸ਼ਾਲਾ ਦਾ ਜਿਹੜਾ ਕਾਰਜ ਚੱਲ ਰਿਹਾ ਹੈ, ਉਹ ਕਾਰ ਸੇਵਾ ਕਰਾਉਣੀ ਹੈ। ਫਿਰ ਮਹਾਰਾਜ ਸਾਹਿਬ ਉੱਥੇ ਚਲੇ ਗਏ। ਦਿਨ ਰਾਤ ਮਹਾਰਾਜ ਸਾਹਿਬ ਨੂੰ ਯਾਦ ਕਰਦੇ ਰਹਿੰਦੇ ਹਨ। ਔਰ ਸਾਧ ਸੰਗਤ 1 2 3 4 ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਜਦੋਂ ਸਾਲ ਬਤੀਤ ਹੋ ਗਿਆ ਨਾ, ਕੋਈ ਸੁਨੇਹਾ ਨਹੀਂ ਆਇਆ, ਮਨ ਬੜਾ ਬਿਹਬਲ ਹੈ। ਉਦੋਂ ਫਿਰ ਇੱਕ ਚਿੱਠੀ ਲਿਖੀ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਰਖਾ ਨਾ ਉਤਰੈ ਸ਼ਾਂਤ ਨਾ ਆਵੇ, ਬਿਨ ਦਰਸ਼ਨ ਸੰਤ ਪਿਆਰੇ ਜੀਓ, ਹਉ ਭੁੱਲੀ ਜੀਓ ਘੋਲ ਘੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ। ਆਪਣਾ ਪ੍ਰੇਮ, ਆਪਣੇ ਅੰਦਰ ਦੀ ਬਿਹਬਲਤਾ, ਅੰਦਰ ਦਾ ਵੈਰਾਗ, ਅੰਦਰ ਦੀ ਪੀੜਾ, ਉਹ ਇੱਕ ਕਾਗਜ਼ ਦੀ ਹਿੱਕ ਤੇ ਉਕਰ ਕਰਕੇ ਬੜੇ ਸਤਿਕਾਰ ਦੇ ਨਾਲ ਉਸ ਕਾਗਜ਼ ਨੂੰ ਸੰਭਾਲ ਕਰਕੇ ਗੁਰਸਿੱਖ ਨੂੰ ਦਿੱਤਾ। ਕਿ ਪੁਰਖਾ, ਇਹ ਜਾ ਕਰਕੇ ਸਾਡੇ ਪਿਤਾ ਗੁਰੂ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੂੰ ਦੇ ਆ। ਇਹ ਗੁਰਸਿੱਖ ਮੰਜ਼ਲਾ ਮਾਰਦਾ ਹੋਇਆ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੁੱਜਾ। ਔਰ ਜਦੋਂ ਸਾਧ ਸੰਗਤ ਸੁਭਾਵਿਕ ਹੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਇਆ ਏ, ਇੱਥੇ ਆ ਕਰਕੇ ਪ੍ਰਿਥੀ ਚੰਦ ਦੇ ਨਾਲ ਮੇਲ ਹੋ ਗਿਆ। ਉਹਨੇ ਪੁੱਛਿਆ, ਭਾਈ ਕਿੱਥੋਂ ਆਇਆ ਏ, ਤੇਰੇ ਅੰਗਾਂ ਤੇ ਮਿੱਟੀ ਘੱਟਾ ਪਿਆ ਏ, ਤੇਰੀ ਪੱਗ ਘੱਟੇ ਦੇ ਨਾਲ ਮੈਲੀ ਹੋਈ ਏ, ਕਿਸ ਜਗ੍ਹਾ ਤੋਂ ਆਇਆ? ਉਹਨੇ ਕਿਹਾ ਲਾਹੌਰ ਤੋਂ। ਉਸੇ ਵੇਲੇ ਮੱਥਾ ਠਣਕਿਆ ਵੀ ਲਾਹੌਰ ਵੇ ਸਾਡਾ ਛੋਟਾ ਭਰਾਤਾ ਗਿਆ ਏ, ਕਿਸ ਕਾਰਜ ਵਾਸਤੇ ਆਇਆ ਏ? ਫਿਰ ਦੱਸਿਆ ਉਸਨੇ ਕਿ ਸਾਹਿਬਜ਼ਾਦਾ ਅਰਜਨ ਦੇਵ ਜੀ ਨੇ ਇਸ ਨਾਲ ਇਹ ਪੱਤਰ ਭੇਜਿਆ ਏ। ਉਹ ਪੱਤਰ ਪੜ੍ਹਿਆ, ਪੜ੍ਹ ਕਰਕੇ ਪੈਰ ਤੋਂ ਲੈ ਕੇ ਸਿਰ ਤੱਕ ਹਿੱਲ ਗਿਆ। ਇਹ ਜੋ ਲਿਖਿਆ ਏ, ਇਹ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਜੋ ਅਗੰਮੀ ਰਚਨਾ, ਅਗੰਮੀ ਬਾਣੀ ਹੈ, ਇਹ ਬਿਲਕੁਲ ਉਹਦੇ ਨਾਲ ਮੇਲ ਖਾਂਦੀ। ਜੇ ਪਿਤਾ ਸਤਿਗੁਰੂ ਦੇ ਹੱਥਾਂ ਵਿੱਚ ਚਲੀ ਗਈ ਤੇ ਫਿਰ ਤੇ ਸਾਰਾ ਕੀਤਾ ਕਰਾਇਆ ਉਹ ਖਰਾਬ ਹੋ ਜਾਵੇਗਾ। ਉਸੇ ਵੇਲੇ ਛੋਟੇ ਭਰਾਤਾਂ ਨੂੰ ਬੁਲਾ ਲਿਆ ਜਾਵੇਗਾ, ਗੁਰਤਾ ਗਾਦੀ ਦਾ 5ਵਾਂ ਵਾਰਸ ਸਾਹਿਬ ਦਿੱਤਾ ਜਾਵੇਗਾ। ਉਸ ਚਿੱਠੀ ਨੂੰ ਆਪਣੇ ਖੀਸੇ ਵਿੱਚ, ਜੇਬੇ ਵਿੱਚ ਪਾਇਆ
ਤੇ ਉਸ ਗੁਰਸਿੱਖ ਨੂੰ ਆਰਾਮ ਕਰਨ ਵਾਸਤੇ ਜਗ੍ਹਾ ਦਿੱਤੀ। ਜਦੋਂ ਦਿਨ ਦਾ ਚੜ੍ਹਾਇਆ, ਪ੍ਰਿਥੀ ਚੰਦ ਕਾਹਲੀ ਦੇ ਨਾਲ ਉਹਦੇ ਪਾਸ ਆਇਆ ਹੈ ਔਰ ਆ ਕਰਕੇ ਆਖਿਆ, ਮੈਂ ਪਿਤਾ ਸਤਿਗੁਰਾਂ ਤੱਕ ਤੇਰਾ ਸੁਨੇਹਾ ਪਹੁੰਚਾ ਦਿੱਤਾ ਹੈ। ਉਹਨਾਂ ਕਿਹਾ ਠੀਕ ਹੈ, ਉਸ ਗੁਰਸਿੱਖ ਨੂੰ ਭੇਜ ਦੇਵੋ ਔਰ ਜਾ ਕਰਕੇ ਸਾਡੇ ਸੁਪੁੱਤਰ ਨੂੰ ਸੁਨੇਹਾ ਦੇਣਾ ਹੈ ਵੀ ਉੱਥੇ ਰਹਿ ਕਰਕੇ ਕਾਰ ਸੇਵਾ ਕਰਨੀ ਹੈ। ਕੁਝ ਦਿਨ ਬਤੀਤ ਹੋਏ, ਜਦੋਂ ਉਸ ਪੱਤਰ ਦਾ ਕੋਈ ਜਵਾਬ ਨਹੀਂ ਆਇਆ ਕਿ ਸਾਧ ਸੰਗਤ ਦੂਜਾ ਪੱਤਰ ਲਿਖਿਆ। ਤੇਰਾ ਮੁਖ ਸੁਹਾਵਾ ਜੀਓ ਸ਼ਾਹੀ ਧੁਨ ਬਾਣੀ, ਚਿਰ ਹੋਵਾ ਦੇਖੈ ਸਾਰੰਗ ਪਾਣੀ। ਧਨ ਸੋ ਦੇਸ਼ ਜਹਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮੁਰਾਰੇ ਜੀਓ। ਹਉ ਘੋਲੀ ਹਉ ਘੋਲ ਘੁਮਾਈ, ਗੁਰ ਸੱਜਣ ਮੀਤ ਮੁਰਾਰੇ ਜੀਓ। ਇਹ ਸਾਧ ਸੰਗਤ ਪੱਤਰ ਉਸੇ ਗੁਰਸਿੱਖ ਦੇ ਹੱਥਾਂ ਵਿੱਚ ਦਿੱਤਾ ਔਰ ਫਿਰ ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਭੇਜ ਦਿੱਤਾ। ਉਸ ਗੁਰਸਿੱਖ ਨੇ ਇੱਕ ਦੋ ਪੜਾਅ ਕੀਤੇ, ਅੰਮ੍ਰਿਤਸਰ ਸਾਹਿਬ ਦੀ ਪਵਿੱਤਰ ਧਰਤੀ ਤੇ ਆਇਆ ਔਰ ਦੇਵ-ਦੇਵਤ ਕਹਿ ਲਈਏ ਜਾਂ ਕੁਦਰਤੀ ਤੌਰ ਤੇ ਦੂਜੀ ਵਾਰ ਫਿਰ ਪ੍ਰਿਥੀ ਚੰਦ ਦੇ ਨਾਲ ਉਸਦਾ ਮੇਲ ਹੁੰਦਾ ਹੈ। ਪ੍ਰਿਥੀ ਚੰਦ ਉਸ ਨੂੰ ਪਹਿਚਾਣ ਜਾਂਦਾ ਹੈ ਔਰ ਕਹਿ ਦਿੰਦਾ ਵੀ ਇਸ ਵਾਰ ਵੀ ਤੂੰ ਕੋਈ ਪੱਤਰ ਲੈ ਕੇ ਆਇਆ? ਕਹਿੰਦਾ ਹਾਂ, ਮੈਂ ਸਤਿਗੁਰਾਂ ਨੂੰ ਮਿਲਣਾ ਹੈ, ਮੈਨੂੰ ਸਤਿਗੁਰਾਂ ਦੇ ਨਾਲ ਮਿਲਾ ਦਿਓ। ਉਹਨੇ ਕਿਹਾ ਕੋਈ ਗੱਲ ਨਹੀਂ, ਜਿਹੜਾ ਪੱਤਰ ਲੈ ਕਰਕੇ ਆਇਆ ਸਾਨੂੰ ਦੇ। ਔਰ ਉਹ ਪੱਤਰ ਦੇਖ ਕਰਕੇ ਫਿਰ ਭਾਫ ਲਿਆ ਵੀ ਜੇ ਇਹ ਸਿੱਖ ਸਤਿਗੁਰਾਂ ਨੂੰ ਮਿਲਦਾ ਹੈ ਤੇ ਉਸੇ ਵੇਲੇ ਹੀ ਸਤਿਗੁਰੂ ਜੀ ਸਾਡੇ ਛੋਟੇ ਭਰਾਤਾਂ ਨੂੰ ਮਿਲਾ ਲੈਣਗੇ। ਕਿਹਾ ਕੋਈ ਗੱਲ ਨਹੀਂ, ਅਸੀਂ ਦੇ ਦੇਵਾਂਗੇ। ਫਿਰ ਸਾਧ ਸੰਗਤ ਅਗਲੇ ਦਿਨ ਆ ਕਰਕੇ ਉਹ ਸਿੱਖ ਨੂੰ ਮਿਲ ਕਰਕੇ ਆਖਿਆ ਏ ਕਿ ਸਤਿਗੁਰਾਂ ਨੇ ਕਿਹਾ ਹੈ ਕਿ ਹੁਣ ਕੋਈ ਚਿੱਠੀ ਨਹੀਂ ਭੇਜਣੀ, ਜਿਸ ਸੇਵਾ ਦੇ ਵਿੱਚ ਤੈਨੂੰ ਭੇਜਿਆ ਉਹ ਸੇਵਾ ਮਨ ਲਾ ਕਰਕੇ ਕਰ। ਔਰ ਜਿਹੜੀ ਸੰਗਤ ਹੈ, ਸੰਗਤ ਦੇ ਵਿੱਚ ਹੀ ਪ੍ਰਮਾਤਮਾ ਦਾ ਵਾਸਾ ਹੈ। ਸੰਗਤ ਦੇ ਵਿੱਚੋਂ ਸਾਡੇ ਦਰਸ਼ਨ ਕਰੋ, ਸੰਗਤ ਦੀ ਅਸੀਸ ਲਓ, ਸੰਗਤ ਦੀ ਖੁਸ਼ੀ ਲਓ। ਇਸ ਦੇ ਵਿੱਚ ਹੀ ਸਾਡੀ ਖੁਸ਼ੀ ਹੈ। ਜਿਸ ਕਾਰਜ ਵਾਸਤੇ ਭੇਜਿਆ ਉਹੀ ਕਾਰਜ ਕਰਨਾ। ਤਾਂ ਸਾਧ ਸੰਗਤ ਉਸ ਗੁਰਸਿੱਖ ਨੇ ਫਿਰ ਜਾ ਕਰਕੇ ਸਾਹਿਬਜ਼ਾਦਾ ਅਰਜਨ ਦੇਵ ਜੀਆਂ ਨੂੰ ਇਹ ਸੁਨੇਹਾ ਦੇ ਦਿੱਤਾ। ਮਹਾਰਾਜ ਸਾਹਿਬ ਮਨ ਕਰਕੇ ਬੜੇ ਉਦਾਸ ਹੋਏ, ਅੰਦਰ ਵੈਰਾਗ ਦੀ ਪੀੜਾ ਵੱਧ ਗਈ ਵੀ ਮਹਾਰਾਜ ਸਾਹਿਬ ਦੇ ਜੇ ਕਿਤੇ ਬਾਹਰ ਕਿਸੇ ਕਾਰਜ ਵਾਸਤੇ 4-5 ਦਿਨਾਂ ਦੇ ਵਾਸਤੇ ਜਾਂਦੇ ਸਨ ਤੇ ਸਾਨੂੰ ਇਹ ਸੁਨੇਹਾ ਲਾ ਦਿੰਦੇ ਸਨ ਕਿਸੇ ਗੁਰਸਿੱਖ ਦੇ ਰਾਹੀਂ ਕਿ ਉਦਾਸ ਨਹੀਂ ਹੋਣਾ, ਅਸੀਂ ਬਿਲਕੁਲ ਜਲਦੀ ਆ ਰਹੇ ਹਾਂ, ਅਸੀਂ ਚੜ੍ਹਦੀ ਕਲਾ ਵਿੱਚ ਹਾਂ। ਪਰ ਮਹਾਰਾਜ ਸਾਹਿਬ ਸਾਨੂੰ ਇਸ ਤਰ੍ਹਾਂ ਇਹ ਬਚਨ ਨਹੀਂ ਕਹਿ ਸਕਦੇ। ਕੁਝ ਦਿਨਾਂ ਬਾਅਦ ਸਾਧ ਸੰਗਤ ਜਿਹੜਾ ਤੀਜਾ ਪੱਤਰ ਹੈ ਉਹ ਲਿਖਿਆ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਕਲ ਤੋਂ ਭਾਵ ਹੁੰਦਾ ਸਮਾਂ ਤੇ ਯੁੱਗ ਤੋਂ ਭਾਵ ਹੁੰਦਾ ਇੱਕ ਯੁੱਗ ਵਰਗਾ। ਮਹਾਰਾਜ ਸਾਹਿਬ ਆਪ ਜੀਆਂ ਦੇ ਨਾਲ ਮਿਲਾਪ ਨਹੀਂ ਸੀ ਹੁੰਦਾ ਤੇ ਇੱਕ ਯੁੱਗ ਵਰਗਾ ਸਮਾਂ ਮਹਿਸੂਸ ਹੁੰਦਾ ਸੀ। ਉਹ ਤੀਜੀ ਚਿੱਠੀ ਸਿੱਖ ਨੇ ਜਾ ਕਰਕੇ ਮਹਾਰਾਜ ਸਾਹਿਬ ਜੀਆਂ ਦੇ ਤੱਕ ਪਹੁੰਚਾਈ। ਫਿਰ ਸਾਧ ਸੰਗਤ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਭੇਜਿਆ ਔਰ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੂੰ ਮਿਲਾਇਆ। ਮਿਲਾਪ ਦਾ ਆਨੰਦ ਮਾਣ ਕੇ ਮਹਾਰਾਜ ਸਾਹਿਬ ਨੇ ਲਿਖਿਆ ਸੀ, ਭਾਗ ਹੋਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਘਰ ਮਹਿ ਪਾਇਆ। ਸੇਵ ਕਰੀ ਪਲ ਚਸਣਾ ਵਿਛੜਾ, ਜਨ ਨਾਨਕ ਦਾਸ ਤੁਮਾਰੇ ਜੀਓ। ਔ ਘੋਲੀ ਜੀਓ ਘੋਲ ਘੁਮਾਈ, ਗੁਰ ਦਰਸ਼ਨ ਸੰਤ ਪਿਆਰੇ ਜੀਓ। ਇੱਥੇ ਪ੍ਰਿਥੀ ਚੰਦ ਦੀ ਜਿਹੜੀ ਅੰਦਰ ਦੀ ਕੋੜ ਸੀ ਉਹ ਪ੍ਰਗਟ ਹੋਈ ਔਰ ਮਹਾਰਾਜ ਸਾਹਿਬ ਨੇ ਕਿਰਪਾ ਵਰਤਾ ਕਰਕੇ, ਖੇਡ ਵਰਤਾ ਕਰਕੇ ਸਾਰਿਆਂ ਦੇ ਵਿੱਚ ਦੱਸ ਦਿੱਤਾ ਕਿ ਤਖਤ ਬਹਿ ਤਖਤੇ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚਿੰਦੋਆ। ਸਤਿਗੁਰੂ ਜੀ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ, ਸ਼ਹੀਦਾਂ ਦੇ ਸਰਤਾਜ ਪੰਚਮ ਗੁਰਦੇਵ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਆਂ ਨੇ ਸਤ ਸੰਤੋਖ ਦਇਆ ਧਰਮ ਧੀਰਜ ਨੂੰ ਆਪਣੇ ਜੀਵਨ ਦਾ ਅੰਗ ਬਣਾਇਆ। ਪਿਤਾ ਗੁਰੂ ਦੀ ਆਗਿਆ ਵਿੱਚ ਰਹੇ ਔਰ ਸਾਰਾ ਜਿਹੜਾ ਜੀਵਨ ਹੈ ਉਹਨਾਂ ਨੇ ਸਬਰ ਸੰਤੋਖ ਸ਼ੁਕਰ ਦੇ ਵਿੱਚ ਬਤੀਤ ਕੀਤਾ। ਸਾਡੇ ਗੁਰਸਿੱਖਾਂ ਤਾਂ ਹੀ ਸਿੱਖਿਆ ਦਿੱਤੀ, ਅਸੀਂ ਉਹਨਾਂ ਦੇ ਜੀਵਨ, ਉਹਨਾਂ ਦੀ ਸਿੱਖਿਆ ਨੂੰ ਆਪਣੇ ਜੀਵਨ ਦਾ ਅੰਗ ਬਣਾਈਏ ਤਾਂ ਜੋ ਲੋਕ ਸੁਖੀਏ ਪ੍ਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨ। ਦਿਓ ਸੀਸ ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸੰਗਤਾਂ ਨੂੰ ਬਹੁਤ ਹੀ ਸਤਿਕਾਰਯੋਗ ਪੰਥ ਦੇ ਪ੍ਰਸਿੱਧ ਵਿਦਵਾਨ ਗਿਆਨੀ ਗੁਰਜਨ ਸਿੰਘ ਸ੍ਰੀ ਤਰਨਤਾਰਨ ਸਾਹਿਬ ਵਾਲੇ ਆਪ ਸੰਗਤਾਂ ਨੂੰ ਗੁਰਮਤਿ ਵਿਚਾਰਾਂ, ਗੁਰੂ ਕੇ ਇਤਿਹਾਸ ਦੁਆਰਾ ਜੋੜਨਾ ਕਰੇ।